ਹੱਸਦਾ ਵਸਦਾ ਰਵੇ ਸੋਨਾ ਪੰਜਾਬ। ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਲੋਕ ਰਾਜ ਤੇ ਮੈਂ ਆ ਜ਼ਿਸ਼ਾਨ ਚੌਧਰੀ। ਨਾਜ਼ਰੀਨ, ਵਫਾਕੀ ਬਜਟ ਕਾਫੀ ਦਿਨ ਪਹਿਲੇ ਆਇਆ ਸੀ। ਕੁਝ ਦਿਨ ਪਹਿਲੇ ਹੁਣ ਪੰਜਾਬ ਦਾ ਬਜਟ ਵੀ ਆ ਗਿਆ। ਅੱਜ ਅਸੀਂ ਲਾਹੌਰ 'ਚ ਮੌਜੂਦ ਹਾਂ, ਇੱਕ ਮਸਰੂਫ ਤਰੀਨ ਬਾਜ਼ਾਰ 'ਚ। ਇੱਥੇ ਲੋਕਾਂ ਨੂੰ ਮਿਲਨੇ ਆ ਔਰ ਉਹਨਾਂ ਨੂੰ ਪੁੱਛਨੇ ਆ ਇਹ ਜਿਹੜਾ ਬਜਟ ਆਇਆ ਹਕੂਮਤ ਜਿੰਦੇ ਬਾਰੇ ਦਾਅਵਾ ਕਰ ਰਹੀ ਹੈ ਕਿ ਇਹ ਬੜਾ ਅਵਾਮੀ ਬਜਟ ਹੈ, ਕਿ ਉਹ ਇਸ ਬਜਟ ਤੋਂ ਰਾਜ਼ੀ ਨੇ। ਔਰ ਪੈਟਰੋਲ ਦੀਆਂ ਕੀਮਤਾਂ ਵੀ ਕੁਝ ਘੱਟ ਹੋਈਆਂ ਨੇ, ਲੇਕਿਨ ਆਵਾਮ ਕੀ ਸੋਚਦੀ ਹੈ ਕਿ ਪੈਟਰੋਲ ਦੀ ਕੀਮਤ ਕਿੰਨੀ ਹੋਣੀ ਚਾਹੀਦੀ ਹੈ ਜਿਹਨੂੰ ਉਹ ਅਫੋਰਡ ਕਰ ਸਕਣ। ਅੱਜ ਅਸੀਂ ਲੋਕਾਂ ਦੀ ਰਾਏ ਜਾਣਾਂਗੇ, ਆਓ ਸਾਡੇ ਨਾਲ। जी अस्सलाम वालेकुम। वालेकुम सलाम। ਕੀ ਹਾਲ ਹੈ ਭਾਈਜਾਨ, ਠੀਕ ਠਾਕ ਹੋ? ਅੱਲਾ ਦਾ ਸ਼ੁਕਰ। ਤੇ ਸਰ ਤੁਹਾਡੀ ਦੁਕਾਨ ਨੇ ਮੈਨੂੰ ਵੈਸੇ ਹੀ ਬੜਾ ਅਟਰੈਕਟ ਕੀਤਾ ਕਿਤਾਬਾਂ ਵਾਲੀ। ਤੇ ਜੋ ਅੱਜ ਕੱਲ ਹਾਲਾਤ ਚੱਲ ਰਹੇ ਨੇ, ਨੌਜਵਾਨ ਨਸਲ ਜਾਂ ਪੁਰਾਣੇ ਲੋਕ ਵੀ ਨੇ ਜਿਹੜੇ ਅੱਜ ਕੱਲ ਸੋਸ਼ਲ ਮੀਡੀਆ ਤੇ ਹੀ ਪੜ੍ਹ ਰਹੇ ਨੇ, ਦੇਖ ਰਹੇ ਨੇ ਚੀਜ਼ਾਂ, ਕਿਤਾਬਾਂ ਵਾਲੇ ਲੋਕਾਂ ਦਾ ਰੁਝਾਨ ਕਿੰਨਾ ਕੁ ਘਟਿਆ, ਤੁਸੀਂ ਕੀ ਸਮਝਦੇ ਹੋ? ਬਹੁਤ ਘਟ ਗਿਆ, ਬਹੁਤ ਜ਼ਿਆਦਾ ਘਟ ਗਿਆ। ਹੁਣ ਤੇ ਸਮਝੋ ਕਿ 10% ਰਹਿ ਗਿਆ ਬਸ। ਅੱਛਾ, ਹਾਂ, ਕੰਮ ਮੁੱਕ ਗਿਆ ਸਮਝੋ। ਬਜਟ ਵੀ ਆ ਗਿਆ, ਕੋਈ ਤੁਹਾਡੇ ਕੰਮ ਮਹਿੰਗਾਈ ਆਈ ਕਿ ਤੁਹਾਡੇ ਵੱਲੇ ਵੀ? ਹਲੇ ਤਾਂ ਪਤਾ ਲੱਗੇਗਾ, ਹਲੇ ਤੇ ਇਫੈਕਟ ਨਹੀਂ ਆਇਆ, ਲੇਕਿਨ ਆਏਗਾ, ਜ਼ਾਹਿਰੀ ਗੱਲ ਆਏਗਾ ਪਤਾ। ਅੱਛਾ, ਪੇਪਰ ਵਗੈਰਾ ਤੇ ਪਹਿਲੇ ਤਾਂ ਕੋਈ ਐਡਾ ਖਾਸ ਟੈਕਸ ਨਹੀਂ ਸੀ, ਹੁਣ ਕੀ ਸੂਰਤ ਹਾਲ ਹੈ ਅੱਜ ਕੱਲ? ਇਹ ਜਿਹੜਾ ਕੁਰਾਨ ਮਜੀਦ ਦਾ ਪੇਪਰ ਹੈ ਇਹਦੇ 'ਚ ਡਿਊਟੀ ਤੇ ਟੈਕਸ ਇਹਦੇ 'ਚ ਸਬਸਿਡੀ ਮਿਲਦੀ ਹੈ। ਠੀਕ ਹੈ, ਲੇਕਿਨ ਹੁਣ ਪਤਾ ਨਹੀਂ ਕੀ ਸੂਰਤ ਹਾਲ ਹੋਊਗੀ, ਕਿਉਂਕਿ ਪਹਿਲੇ ਦਿੰਦੇ ਸੀ ਲੇਕਿਨ ਲੋਕੀ ਕੰਮ ਵੀ ਬੜਾ ਗਲਤ ਕਰਦੇ ਸੀ। ਉਹ ਲੋਕੀ ਕਹਿੰਦੇ ਸੀ ਕਿ ਜੇ ਅਸੀਂ ਕੁਰਾਨ ਮਜੀਦ ਵਾਸਤੇ ਲੈਣਾ, ਲੇਕਿਨ ਲੈ ਕੇ ਤੇ ਵੇਚਦੇ ਸੀ। ਤੇ ਪਿਛਲੇ ਦਿਨਾਂ ਪਤਾ ਲੱਗਿਆ ਸੀ ਕਿ ਉਹਨਾਂ ਨੇ ਫੜੇ ਨੇ ਕਾਫੀ ਬੰਦੇ, ਤੇ ਹੁਣ ਮੁਕਾ ਰਹੇ ਨੇ, ਉਹ ਟੈਕਸ ਦੁਬਾਰਾ ਲਗਾ ਰਹੇ ਨੇ। ਪਤਾ ਨਹੀਂ ਕੀ ਬਣਦਾ। ਓਵਰਆਲ ਤਾਂ ਜ਼ਾਹਿਰੀ ਗੱਲ ਹੈ ਹਰ ਬੰਦਾ ਮਹਿੰਗਾਈ ਤੋਂ ਮੁਤਾਸਰ ਹੈ। ਬਜਟ ਵੀ ਆ ਗਿਆ, ਤੁਹਾਨੂੰ ਲੱਗਦਾ ਹੈ ਕਿ ਅੱਗੋਂ ਹਾਲਾਤ ਬਿਹਤਰ ਹੋਣਗੇ? ਮਹਿੰਗਾਈ ਦਾ ਤੇ ਕੋਈ ਹਾਲ ਨਹੀਂ, ਮਹਿੰਗਾਈ ਤਾਂ ਵੱਧਦੀ ਜਾ ਰਹੀ। ਮਹਿੰਗਾਈ ਦਾ ਤਾਂ ਕੋਈ ਪਤਾ ਨਹੀਂ ਹੈ, ਮੁਸ਼ਕਿਲ ਹੈ। ਬਾਕੀ ਅੱਲਾ ਬਿਹਤਰ ਕਰਦਾ, ਸਿਸਟਮ ਚਲਾ ਰਿਹਾ ਸਾਰਿਆਂ ਦਾ। ਬਿਲਕੁਲ ਜੀ, ਅੱਲਾ ਚੀਜ਼ਾਂ ਬਿਹਤਰ ਕਰੇ। ਦੂਸਰਾ ਨਾਜ਼ਰੀਨ, ਵੈਸੇ ਹੀ ਮੈਨੂੰ ਕਿਤਾਬਾਂ ਵਾਲੀ ਦੁਕਾਨ ਨੇ ਬੜਾ ਅਟਰੈਕਟ ਕੀਤਾ ਸੀ। ਅੱਜ ਕੱਲ੍ਹ ਦੀ ਜਿਹੜੀ ਨਵੀਂ ਨਸਲ ਹੈ, ਮੋਬਾਈਲ ਤੇ ਉਹਨਾਂ ਦਾ ਇੰਨਾ ਜ਼ਿਆਦਾ ਧਿਆਨ ਹੁੰਦਾ ਹੈ ਕਿ ਉਹ ਬਾਕੀ ਚੀਜ਼ਾਂ, ਕਿਤਾਬਾਂ ਵਾਲੇ ਤੋਂ ਉਹਨਾਂ ਦਾ ਰੁਝਾਨ ਰਹਿ ਹੀ ਨਹੀਂ ਗਿਆ। ਹਾਲਾਂਕਿ ਇੱਕ ਅੱਛਾ ਦੌਰ ਸੀ, ਲੋਕ ਕਿਤਾਬ ਪੜ੍ਹਦੇ ਸਨ ਔਰ ਚੀਜ਼ਾਂ ਸਿੱਖਦੇ ਸਨ। ਕੁਝ ਕਿਤਾਬ ਤੋਂ ਜਿਹੜਾ ਇਲਮ ਮਿਲਦਾ ਸੀ, ਮੇਰੇ ਖਿਆਲ 'ਚ ਉਹ ਜ਼ਿਆਦਾ ਬਿਹਤਰ ਸੀ ਮੋਬਾਈਲ ਨਾਲੋਂ। ਕਿਉਂ, ਮੋਬਾਈਲ ਤੋਂ ਤੁਸੀਂ ਅਗਰ ਕਿਤਾਬ ਪੜ੍ਹਨ ਵੀ ਬੈਠਦੇ ਹੋ ਤਾਂ ਕੁਝ ਦੇਰ ਬਾਅਦ ਤੁਸੀਂ ਦੁਬਾਰਾ ਉਹਦੇ 'ਤੇ ਸਕਰੋਲਿੰਗ ਸ਼ੁਰੂ ਕਰ ਦਿਓਗੇ। ਆਓ ਅੱਗੇ ਚੱਲਦੇ ਹਾਂ, ਮਜ਼ੀਦ ਲੋਕਾਂ ਨਾਲ ਗੱਲ ਕਰਦੇ। ਅੱਛਾ, ਬਜਟ आ गया है, पेट्रोल भी कुछ सस्ता हो गया है, की समझते हो अगे हालात बेहतर होंगे कुछ? यार उम्मीद तो है, लेकिन कम औखा ही है वैसे। अच्छा, हाँ जी, वो पेट्रोल कितना सस्ता होना चाहिए सी पेट्रोल? कम से कम पहले तो था ना 250, हम कहते थे वो महंगा है, लेकिन अच्छा। अब हमें लगता है कि अब सस्ता है वो, कि 250 ही आ जाए, 250 ही आ जाए। हाँ, 250 अगर आ जाए तो फिर ठीक है, फिर मौज है। फिर मौज है। लेकिन अभी मुश्किल है, हाँ, मोह ना लगे आएगो, काम बढ़ो पुख्ती। ओवरऑल तो लगता है कोई बेहतरी आएगी ऐसे घूमने? उम्मीद तो है शायद आ जाए, लेकिन अभी कन्फर्म नहीं है। बजट में भी कोई खास बजट पेश नहीं किया इन्होंने। अच्छा, वो तो कह रहे हैं बड़ा अवामी बजट दे देता है जी। दिए होए, लेकिन हमारी समझ में ना आए बजट। ठीक, और भाई कहते हैं जी हमारी समझ में ना आए बजट। आओ जी अगे लोगों नाल गल करते हैं। भाईजान, बजट आ गया होया है, पेट्रोल भी कुछ सस्ता कर दिता ने, की सूरत हाल ਤੁਹਾਨੂੰ ਲੱਗਦਾ ਹੈ ਹਾਲਾਤ ਕੋ ਬਿਹਤਰ ਹੋਣਗੇ? ਜਿਸ ਤਰ੍ਹਾਂ ਉੱਪਰ ਕੀਤਾ ਸੀ ਉਹ ਵੀ ਨੀਚੇ ਕਰਨ ਨਾ ਪੈਟਰੋਲ। ਅੱਛਾ, ਕਿੰਨਾ ਹੋ ਜਾਣਾ ਚਾਹੀਦਾ ਸੀ ਵੈਸੇ? ਪੈਟਰੋਲ ਤੇ ਮੇਰੇ ਹਿਸਾਬ ਨਾਲ 200 ਰੁਪਏ ਦੇ ਕੋਲ ਹੋਣਾ ਚਾਹੀਦਾ ਭਾਈ। ਜਿਸ ਤਰ੍ਹਾਂ ਦੇਖੋ ਨਾ 100 ਰੁਪਏ ਵਧਿਆ ਹੈ ਤੇ 10 ਰੁਪਏ ਥੱਲੇ ਆਏ ਨੇ, ਕੋਈ ਮਹਿੰਗਾਈ ਸਸਤਾ ਨਹੀਂ ਹੋਇਆ ਨਾ। ਖੁਆਇਸ਼ ਤੇ ਜੋ ਹਰ ਖੁਆਇਸ਼ ਤੇ ਉਹ ਕੀ ਕਹਿੰਦੇ ਨੇ ਦਮ ਨਿਕਲੇ, ਦਿਲ ਤਾਂ ਕਰਦਾ ਭਾਵੇਂ 100 ਦਾ ਹੀ ਕਰ ਦੇਵਨ। ਨਹੀਂ ਇੰਜ ਤਾਂ ਨਾ ਮੁਮਕਿਨ ਵਾਲੀ ਗੱਲ ਹੈ। ਜਿਹੜਾ ਕੰਮ ਮੁਮਕਿਨ ਵਾਲਾ ਨਾ ਉਹ ਕਰਨਾ ਚਾਹੀਦਾ ਹੈ। ਠੀਕ ਹੈ, ਲੇਕਿਨ ਨਾ ਪੈਟਰੋਲ ਦਾ ਸਿਰਫ ਅਜੇ ਉਹਨਾਂ ਨੇ ਜੰਗ ਉਧਰ ਲੱਗੀ ਹੈ। ਹਾਂ, ਪੈਟਰੋਲ ਪੁਰਾਣਾ ਪਿਆ ਹੈ। ਹਾਂ, ਪੁਰਾਣੇ ਪੰਪਾਂ ਦੇ ਲੋਕ ਕਰੋੜਾਂ ਤੋਂ ਅਰਬਾਂਪਤੀ ਹੋ ਗਏ ਨੇ। ਬਿਲਕੁਲ ਸਹੀ ਗੱਲ ਹੈ। ਠੀਕ ਹੈ ਨਾ, ਨਵਾਂ ਪੈਟਰੋਲ ਆਂਦਾ, ਹਾਂਜੀ। ਨਵਾਂ ਬਜਟ ਪੇਸ਼ ਹੁੰਦਾ, ਹਾਂ, ਨਵੇਂ ਪੈਟਰੋਲ ਦਾ ਅਸੀਂ ਕਹਿੰਦੇ ਜੀ ਇਹ ਰੇਟ ਵਧਿਆ, ਸਾਨੂੰ ਕਾਬਲੇ ਕਬੂਲ ਸੀ। ਬਿਲਕੁਲ ਠੀਕ ਹੈ। ਪਈ ਚੀਜ਼ ਇੱਕ ਉਹਦੇ, ਤੁਸੀਂ ਖੁਦ ਸਮਝਦਾਰ ਹੋ। ਹਾਂਜੀ, ਇਹ ਕੋਈ ਤਰੀਕਾ ਕਾਰ ਨਹੀਂ ਠੀਕ, ਸਮਝ ਨਹੀਂ ਆਈ। 10 ਰੁਪਏ ਸਸਤਾ ਕਰਦਾ ਕਿ ਸਸਤਾ ਹੋਇਆ। ਵੈਸੇ 250 ਦਾ ਪੈਟਰੋਲ ਹੋਣਾ ਚਾਹੀਦਾ। ਹਾਂਜੀ, 200 ਸਵਾ 200 250 ਦਾ ਜਿੰਨਾ ਜੰਗ ਤੋਂ ਪਹਿਲੇ ਸੀ ਉੱਥੇ ਤੱਕ ਬਿਲਕੁਲ ਉੱਥੇ ਤੱਕ ਧਿਆਨਾ ਚਾਹੀਦਾ ਨਾ। ਤੇ ਮਗਰ ਕੁਝ ਵੀ ਨਹੀਂ, ਨਾ ਕੁਝ ਹਾਲਾਤ ਨੇ ਭੈਣ, ਨਾ ਕਾਰੋਬਾਰ ਹੈ, ਕੋਈ ਚੀਜ਼ ਨਹੀਂ ਹੈ, ਬੇਸਕੂਨੀ ਹੈ, ਬੇਬਰਕਤੀ ਵਾਲਾ ਕੰਮ ਹੈ, ਕੁਝ ਵੀ ਨਹੀਂ ਹੈ। ਤੁਸੀਂ ਤੁਹਾਡੇ ਸਾਹਮਣੇ ਬਾਜ਼ਾਰ ਏਡੀ ਵੱਡੀ ਦੁਕਾਨ ਹੈ ਮਾਸ਼ਾਅੱਲਾ,
ਇੰਨੇ ਅਖਰਾਜਾਤ ਨੇ, ਕਿਸ ਤਰ੍ਹਾਂ ਮੈਨੇਜ ਕਰਾਂਗੇ ਅਸੀਂ? ਤੁਸੀਂ 2 ਘੰਟੇ ਮੇਰੀ ਦੁਕਾਨ ਤੇ ਖਲੋ ਜਾਵੋ ਤੇ ਤੁਹਾਡੇ ਸਾਹਮਣੇ ਸਾਰਾ ਕੁਝ ਤੁਹਾਨੂੰ ਨਜ਼ਰ ਆ ਜਾਏਗਾ ਕਿ ਯਾਰ ਕਿਵੇਂ ਅਸੀਂ ਗੁਜ਼ਾਰਾ ਕਰ ਰਹੇ ਹਾਂ। ਤੇ ਮਹਿੰਗਾਈ ਤਰ੍ਹਾਂ ਨਾ ਉਹ ਕੰਟਰੋਲ 'ਚ ਹੋਣੀ ਚਾਹੀਦੀ ਹੈ, ਕਾਰੋਬਾਰ ਹੋਣੇ ਚਾਹੀਦੇ ਨੇ। ਕਾਰੋਬਾਰ ਹੋਏਗਾ ਤੇ ਮਹਿੰਗਾਈ ਕੁਝ ਨਹੀਂ ਕਹਿੰਦੀ। ਜਦੋਂ ਕਾਰੋਬਾਰ ਹੀ ਨਹੀਂ ਹੈ ਤੇ ਮਹਿੰਗਾਈ ਹੋਵੇ, ਸਸਤਾ ਹੋਵੇ, ਕੁਝ ਵੀ ਨਹੀਂ। ਕਾਰੋਬਾਰ ਹੋਣਾ ਚਾਹੀਦਾ ਹੈ। ਬਿਲਕੁਲ ਠੀਕ ਕਹਿ ਰਹੇ ਹੋ। ਬਜਟ ਆ ਗਿਆ ਹੁਣ, ਹਾਂਜੀ, ਉਹ ਕਹਿੰਦੇ ਨੇ ਜੀ ਬੜਾ ਅਵਾਮੀ ਬਜਟ ਅਸੀਂ ਦੇ ਦਿੱਤਾ। ਤੁਸੀਂ ਸਮਝਦੇ ਹੋ ਕੋਈ ਅਵਾਮੀ ਬਜਟ ਹੈ? ਨਹੀਂ ਜੀ, ਕੁਝ ਵੀ ਨਹੀਂ। ਸਾਡੀ ਸਮਝ ਤੇ ਕੁਝ ਵੀ ਨਹੀਂ ਆਇਆ। ਸਾਡੀ ਸਮਝ ਕੁਝ ਵੀ ਨਹੀਂ ਆਇਆ ਭੈਣ ਬਜਟ ਤੇ ਜੋ ਜੀ ਗੁਫ਼ਤਗੂ ਹੋਈ ਤੁਹਾਨੂੰ ਵੀ ਪਤਾ ਹੈ ਕਿ ਕੀ ਸਵਾਲਾਤ ਹੋਏ ਨੇ, ਕੀ ਗੱਲਬਾਤ ਹੋਈ ਹੈ, ਅਸੀਂ ਨਹੀਂ ਬੋਲ ਸਕਦੇ, ਤੁਹਾਨੂੰ ਪਤਾ ਹੀ ਹੈ। ਤੁਸੀਂ ਅੱਗੋਂ ਕੋਈ ਲੱਗਦਾ ਤੁਹਾਨੂੰ ਹਾਲਾਤ ਬਿਹਤਰ ਹੋਣਗੇ ਹੁਣ? ਨਹੀਂ ਜੀ, ਮੈਨੂੰ ਨਹੀਂ ਲੱਗਦਾ। ਪਾਕਿਸਤਾਨ 'ਚ ਕੁਝ ਵੀ ਨਹੀਂ ਹੋਣਾ। ਬਸ ਮਾਯੂਸ ਸੀ, ਹੋਣਾ ਹੈ ਮਗਰ ਹੁਣ ਆਦਤ ਹੀ ਹੋ ਗਈ ਹੈ ਯਾਰ। ਬੋਸ ਕੀ ਕਰੀਏ, ਕਿੰਨਾ ਕੀ ਅਸੀਂ ਬਰਦਾਸ਼ਤ ਕਰੀਏ। ਤੁਸੀਂ ਵੀ ਸਾਡੇ ਤੋਂ ਵੱਡੇ ਹੋ, ਕਿੰਨਾ ਕੁਝ ਬਰਦਾਸ਼ਤ ਤੁਸੀਂ ਕਰ ਰਹੇ ਤੇ ਮਜ਼ੀਦ ਅੱਗੋਂ ਕਰਨਾ ਹੈ ਤੁਸੀਂ। ਇਸ ਤਰ੍ਹਾਂ ਨਹੀਂ ਹੋ ਜਾਣਾ, ਕੁਝ ਵੀ ਨਹੀਂ ਹੋਣਾ। ਮੈਂ ਤੁਹਾਨੂੰ ਦੱਸ ਰਿਹਾ ਹਾਂ ਕਿ ਕੁੜੀ ਨਾਰਕਲੀ ਹੈ ਮਗਰ ਮੇਰੇ ਹਿਸਾਬ ਨਾਲ ਕੋਈ ਇੱਕ ਬੰਦਾ ਵੀ ਖੁਸ਼ਹਾਲ ਨਹੀਂ ਹੈ। ਕਾਰੋਬਾਰ ਹੋਏਗਾ ਤਾਂ ਕੋਈ ਖੁਸ਼ਹਾਲ ਹੋਏਗਾ ਨਾ ਭਾਈ। ਅੱਛਾ, ਬਾਜ਼ਾਰ ਦੇ ਵਿੱਚ ਕੋਈ ਐਸਾ ਕਾਰੋਬਾਰ ਵੀ ਹੈ ਜਿਹੜਾ ਚੱਲ ਰਿਹਾ ਅੱਜ ਕੱਲ੍ਹ, ਜਾਂ ਸਭ ਦਾ ਹੀ ਇਹ ਹਾਲ ਹੈ? ਨਹੀਂ ਜੀ, ਸਭ ਦਾ ਹੀ ਇਹੀ ਹਾਲ ਹੈ। ਮਹਿੰਗਾਈ ਹੈ ਨਾ ਅਸਲੀ ਭਾਈ, ਮਹਿੰਗਾਈ ਘੱਟ ਹੋਏਗੀ ਨਾ ਤੇ ਕਾਰੋਬਾਰ ਹੋਏਗਾ। ਹੁਣ ਇਹ ਕੱਪੜਾ ਨਾ, ਇਹ ਕੱਪੜਾ ਸੀ ਪਹਿਲੇ ਲੈਂਦੇ ਹੁੰਦੇ ਸੀ ਭਾਈ ਕੋਈ 200 ਰੁਪਏ ਗਾਜ਼, 180 ਰੁਪਏ ਗਾਜ਼, ਹੁਣ 700 ਰੁਪਏ ਗਾਜ਼ ਹੋ ਗਿਆ। ਠੀਕ ਹੈ, ਉਹ ਕਾਸਟਲੀ ਦੇਖੋ ਜੀ। ਕਸਟਮਰ ਹੈ ਨਾ ਤੇ ਉਹ ਅੱਜ ਵੀ ਕਹਿੰਦਾ ਪੈਂਟ ਕੋਟ ਦਾ ਮੇਰਾ ਕੰਮ ਹੈ। ਕਸਟਮਰ ਅੱਜ ਵੀ ਕਹਿੰਦਾ ਕਿ 5 ਸਾਨੂੰ 4000 ਦਾ ਮਿਲ ਜਾਵੇ। ਉਹਦਾ ਬਜਟ ਹੀ ਇੰਨਾ ਕੀ ਭਾਈ, ਹੁਣ ਉਹ ਸਾਨੂੰ 5000 ਤੋਂ ਪਲੱਸ ਤੋਂ ਉੱਤੇ ਦਾ ਪੈਂਦਾ। ਕਿਸ ਤਰ੍ਹਾਂ ਅਸੀਂ ਮੈਨੇਜ ਕਰਾਂਗੇ? ਠੀਕ ਹੈ, ਕਸਟਮਰ ਨੂੰ ਅਸੀਂ ਕੁਝ ਕਹਿ ਨਹੀਂ ਸਕਦੇ ਕਿਉਂਕਿ ਉਹਦੀ ਆਪਣੀ ਜੇਬ ਇਜਾਜ਼ਤ ਦੇਗੀ ਤਾਂ ਉਹਨੇ ਪੈਸੇ ਹੀ ਉਹ ਲਾਏਗਾ ਤੇ ਮਹਿੰਗਾਈ ਬਹੁਤ ਜ਼ਿਆਦਾ, ਕਾਰੋਬਾਰ ਨਹੀਂ ਹੈ। ਅੱਛਾ, ਤੁਸੀਂ ਇੱਥੇ ਕੋਈ ਰੈਂਟ ਵੀ ਅੱਛਾ ਖਾਸਾ ਦੇ ਰਹੇ ਹੋਵੋਗੇ। ਇਸ ਹਾਲਾਤ ਤੋਂ ਬਾਅਦ ਤੁਸੀਂ, ਤੁਹਾਡੇ ਕੋਲ ਮਾਲਕਾਂ ਨੇ ਰੈਂਟ ਰੂੰਟ 'ਚ ਵੀ ਕੋਈ ਘਟਾਇਆ ਹੈ? ਨਹੀਂ ਜੀ, ਰੈਂਟ 'ਚ ਕਿਉਂ ਘਟਾਉਣਾ ਉਹਨਾਂ ਨੇ? ਵਧਾ ਹੀ ਰਹੇ ਨੇ ਹਰ ਸਾਲ। ਸਾਰੀ ਗੱਲ ਇਹ ਮਹਿੰਗਾਈ ਹੋਣੀ 10% ਸਾਲ ਬਾਅਦ ਵੱਧਦਾ ਹੀ ਹੈ। ਉਹਦੇ ਵਧਣਾ ਹੀ ਵਧਣਾ ਭਾਵੇਂ ਕੰਮ ਕਰੀਏ ਨਾ ਕਰੀਏ। ਤੇ ਕੰਮ ਤੇ ਵੈਸੇ ਵੀ 2-3 ਮਹੀਨੇ ਦਾ ਰਹਿ ਗਿਆ। 2-3 ਮਹੀਨੇ ਦੇ ਵਿੱਚ ਤੁਸੀਂ 9 ਮਹੀਨੇ ਨੂੰ ਸਰਵਾਈਵ ਨਹੀਂ ਕਰ ਸਕਦੇ, ਕਿਸੇ ਵੀ ਐਂਗਲ ਨਾਲ ਨਹੀਂ ਕਰ ਸਕਦੇ। ਬਿਲਕੁਲ ਸਹੀ ਕਹਿ ਰਹੇ ਹੋ। ਐਡਾ ਕੋਈ ਅੱਲਾ ਮਾਫ ਕਰੇ ਕੋਈ ਚੋਰ ਬਜ਼ਾਰੀ ਤੇ ਹੈ ਕੋਈ ਨਹੀਂ, ਜਾਂ ਐਡਾ ਕੋਈ ਪਾਗਲ ਕਸਟਮਰ ਹੈ ਤਾਂ ਨਹੀਂ। ਇੰਨੇ ਬਾਅਦ ਪੈਸੇ 2-3 ਮਹੀਨੇ ਤੁਸੀਂ ਕਾਰੋਬਾਰ ਕਰਕੇ 9 ਮਹੀਨੇ ਕਿਸ ਤਰ੍ਹਾਂ ਤੁਸੀਂ ਦੁਕਾਨਦਾਰੀ ਚਲਾਓਗੇ? 2-3 ਲੜਕੇ ਨੇ, ਬਿੱਲ ਨੇ, ਕਿਰਾਏ ਨੇ, ਹੋਰ ਬੜੀ ਅਖਰਾਜਾਤ ਨੇ। ਚਲੋ ਠੀਕ ਹੋ ਗਿਆ ਜੀ, ਮਿਹਰਬਾਨੀ। ਭਾਈਜਾਨ ਬਜਟ ਆ ਗਿਆ, ਉਹ ਕਹਿ ਰਹੇ ਨੇ ਬੜਾ ਹੀ ਅਵਾਮੀ ਬਜਟ ਆ ਗਿਆ, ਲੋਕ ਖੁਸ਼ਹਾਲ ਹੋ ਜਾਣਗੇ। ਸਰ ਪਹਿਲੀ ਗੱਲ ਤੇ ਇਹ ਹੈ ਕਿ ਜੇ ਖੁਸ਼ਹਾਲ ਹੁੰਦਾ ਬਜਟ ਆਵੇ ਨਾ ਆਵੇ, ਸਾਡੇ ਨਾਲ ਖੁਸ਼ਹਾਲ ਹੋਣ ਦਾ ਫਾਇਦਾ ਕੋਈ ਨਹੀਂ ਹੈਗਾ। ਅਸੀਂ ਆਪਣੀ ਮਿਹਨਤ ਕਰਨੀ, ਆਪਣੀ ਜਾਣੀ, ਜਾਂ ਘੁੰਮਤ ਸਾਨੂੰ ਕੁਝ ਦਿੰਦੀ ਹੋਵੇ ਨਾ, ਸਾਨੂੰ ਪਤਾ ਹੋਵੇ ਆ ਮਹੀਨੇ ਬਾਅਦ ਘੁੰਮਣ ਨੇ ਸਾਡੀ ਸਕੂਲਾਂ ਦੀਆਂ ਫੀਸਾਂ ਦੇਣੀਆਂ, ਜਾਂ ਫਲਾਨ ਕਰਨਾ ਜਾਂ ਫਲਾਨ ਕਰਨਾ, ਜਾਂ ਹਸਪੀਟਲ ਧੱਕੇ ਖਾਣ ਜਾਣੇ ਨੇ, ਉਹਨਾਂ ਦੀ ਫੀਸਾਂ ਪ੍ਰਾਈਵੇਟ 'ਚ ਜਦੋਂ 2-2 ਲੱਖ ਰੁਪਏ, ਜਿਹੜੀ ਵੀ ਗੱਲ ਹੈਗੀ 2 ਲੱਖ ਤੋਂ ਘੱਟ ਕਰਨੀ ਨਹੀਂ ਗੱਲ। ਕਿਸੇ ਪਾਸੇ ਸਾਨੂੰ ਕੋਈ ਫਾਇਦਾ ਨਹੀਂ ਹੈਗਾ। ਬਜਟ ਆਵੇ ਨਾ ਆਵੇ, ਸਾਨੂੰ ਆਵਾਮ ਨੂੰ ਕੋਈ ਫਾਇਦਾ ਨਹੀਂ ਹੈਗਾ। ਹਕੂਮਤ ਨੂੰ ਆਪਣਾ ਫਾਇਦਾ ਹੈਗਾ। ਠੀਕ ਹੈ ਨਾ, ਇਹਦੇ ਸਾਨੂੰ ਸਾਡਾ ਫਾਇਦਾ ਦੱਸੋ ਨਾ, ਆਵਾਮ ਦਾ ਕੀ ਫਾਇਦਾ ਹੋਇਆ? ਸੜਕਾਂ ਬਣਾ ਲਈਆਂ, ਇਹ ਤੁੜਾ ਲਿਆ, ਉਹ ਤੁੜਾ ਲਿਆ, ਆਪਣੇ ਵਾਸਤੇ ਕਰਦੇ ਵੀ, ਸਾਡੇ ਵਾਸਤੇ ਕੁਝ ਨਹੀਂ ਕਰਦੇ ਵੀ। ਬਜਟ ਵੀ ਆਪਣੇ ਵਾਸਤੇ ਹੀ ਆਇਆ। ਬਜਟ ਵੀ ਉਹਨਾਂ ਦੇ ਆਪਣੇ ਵਾਸਤੇ ਆਇਆ। ਮੈਨੂੰ ਦੱਸੋ ਕਿਹੜੀ ਚੀਜ਼ ਨਹੀਂ ਸਸਤੀ ਹੋਈ, ਕਿਹੜਾ ਤੇ ਘਿਓ ਸਸਤਾ ਹੈ? ਘਿਓ ਵੀ ਹਲੇ 550 ਰੁਪਏ ਕਿਲੋ ਹੈ। ਜਿਸ ਬੰਦੇ 1000 ਰੁਪਏ ਦਿਹਾੜੀ ਹੈ, ਮੈਂ ਫੱਟਾ ਲਾਇਆ, 1000 ਨਹੀਂ ਕਮਾਇਆ, ਮੈਂ ਰਾਤ ਨੂੰ ਬੀਵੀ ਬੱਚਿਆਂ ਨੂੰ ਕੀ ਖਵਾਵਾਂਗਾ ਜਾ ਕੇ? ਦੱਸ ਦਿਓ ਮੈਨੂੰ, ਜਾਂ ਮੈਨੂੰ ਆ ਕੇ ਘੁੰਮਾ ਦੇਗੀ ਇਹ ਫਿਆਜ਼ ਭਈਆ ਤੁਸੀਂ ਕੁਝ ਨਹੀਂ ਵੱਡਿਆ, ਇਹ ਤੁਸੀਂ ਲੈ ਜਾਓ। ਦੱਸੋ ਨਾ, ਉਹ ਵਿਚਾਰੇ ਦੀ 1500 ਰੁਪਏ ਦਿਹਾੜੀ ਹੈ ਤੇ ਗਰੀਬ ਆਵਾਮ ਰੁਲਦੀ ਪਈ ਹੈ, ਪਿਸਦੀ ਪਈ ਹੈ। ਉਹ ਆਵਾਮ ਪਿਸੀ ਜਾ ਰਹੀ। ਹਕੂਮਤ ਨੂੰ ਕਿਸੇ ਚੀਜ਼ ਦਾ ਕੋਈ ਨਹੀਂ, ਜਿਹੜਾ ਮਰਜ਼ੀ ਪਿਸੀ ਜਾ ਰਹੇ, ਉਹਨਾਂ ਨੂੰ ਫਾਇਦਾ ਹੀ ਕੋਈ ਨਹੀਂ, ਸਾਨੂੰ ਫਾਇਦਾ ਹੀ ਕੋਈ ਨਹੀਂ। ਉਹਨਾਂ ਨੂੰ ਬਸ ਫਾਇਦਾ ਹੈ ਸੜਕਾਂ ਬਣਾ ਦਈਏ ਤੇ ਇੰਜ ਕਰਦੀ ਹੈ। ਠੀਕ ਹੈ ਨਾ, ਇੰਡੀਆ ਦੇ ਵਿੱਚ ਨया ਉਹ ਆਇਆ ਵਜ਼ੀਰ ਆਜ਼ਮ ਜਾਂ ਵਜ਼ੀਰ ਆਲਾ ਜੋ ਵੀ ਪੰਜਾਬ ਦਾ ਹੈਗਾ, ਇੰਡੀਆ ਦਾ ਨਾ। ਠੀਕ ਹੈ ਨਾ, ਉਹਨੇ ਦੇਖੋ ਉਹਨੇ ਕਿਹਾ ਜੀ ਜੰਮਦੇ ਬੱਚੇ ਨੂੰ ਸੋਨੇ ਦੀ ਅੰਗੂਠੀ ਫਲਾਣਾ ਇਹ ਉਹ ਫਲਾਮ ਟਿੰਗ। ਇੱਥੇ ਜਿਹੜਾ ਵਜ਼ੀਰ ਉਹ ਪਹਿਲਾ ਵਜ਼ੀਰ ਇਹ ਕਰ ਗਿਆ ਸੀ, ਉਹਨੇ ਮਹਿੰਗਾਈ ਨਹੀਂ ਕਰਦੀ, ਅਸੀਂ ਉਹਦੇ ਕਰਦੇ ਥੱਲੇ ਦੱਬੇ ਆ। ਉਹ ਸਾਨੂੰ 275 ਸਾਲ ਹੋ ਗਏ ਨੇ ਸਾਨੂੰ ਵੇਚਦੇ ਨੂੰ। ਸਾਡਾ ਪਾਕਿਸਤਾਨ ਕਿਸ ਸਾਲ ਖੁਸ਼ਹਾਲ ਚੇਗਾ ਜੀ? ਦੱਸੋ ਮੈਨੂੰ। ਕੋਈ ਖੁਸ਼ਹਾਲੀ ਨਹੀਂ ਕੀ ਪਾਕਿਸਤਾਨ, ਕੋਈ ਨਹੀਂ। ਬਸ ਹਰ ਬੰਦਾ ਆਪਣੀ ਤਰਫ ਇਹ ਅੱਲਾ ਡੋਰ ਚਲਾ ਰਿਹਾ, ਅੱਲਾ ਦੇ ਮਾਮਲੇ 'ਚ ਹੈਗੇ। ਠੀਕ ਹੈ ਨਾ, ਮੇਰੇ ਮਾਮਲੇ ਸਾਡੇ ਮਾਮਲੇ 'ਚ ਕੋਈ ਇਖਤਿਆਰ ਨਹੀਂ ਗਾ, ਘੁੰਮਣ ਦੇ ਮਾਮਲੇ 'ਚ ਕੋਈ ਇਖਤਿਆਰ ਨਹੀਂ। ਘੁੰਮਣ ਦੇ ਪਾਸੇ ਡੁਗਡੁਗੀ ਵਜਾਈ ਹੈ। ਠੀਕ ਹੈ, ਉਹ ਵਜਾਈ ਜਾਂਦੀ ਹੈ, ਆਵਾਮ ਉਹਦੇ ਮਗਰ ਚਾਈ ਜਾ ਰਹੀ। ਕੱਲ ਸੁਣਿਆ ਜੀ 260 ਰੁਪਏ ਲੀਟਰ ਪੈਟਰੋਲ ਹੋਣਾ ਹੈ। 260 ਕੀ ਮੇਰੇ ਲਈ 100 ਰੁਪਏ ਲੀਟਰ ਹੋਣਾ ਚਾਹੀਦਾ। ਅੱਛਾ, ਵੈਸੇ ਕਿੰਨਾ ਹੋਣਾ ਚਾਹੀਦਾ ਪੈਟਰੋਲ? ਘੱਟੋ ਘੱਟ 200-250 ਰੁਪਏ ਪੈਟਰੋਲ ਠੀਕ ਹੈਗਾ। 200 ਰੁਪਏ ਲੀਟਰ, 500 ਰੁਪਏ 2.5 ਲੀਟਰ ਪਵਾਓ ਹਫਤਾ। ਸਾਨੂੰ ਵੀ ਤਾਂ ਪਤਾ ਚੱਲੇ ਨਾ, ਸਾਡਾ ਹਫਤੇ 10 ਦਿਨਾਂ ਬਾਅਦ ਅਸੀਂ ਜਾ ਕੇ 500 ਰੁਪਏ ਪੈਟਰੋਲ ਪਵਾਉਣਾ। ਠੀਕ ਹੈ ਨਾ, 500 ਦਾ ਬਹੁਤ, 2 ਚੱਕਰ ਘਰ ਦੇ ਲਾਓ, ਬੱਚਿਆਂ ਲੈਣ ਜਾਓ, ਬੱਚਿਆਂ ਟਿਊਸ਼ਨ ਛੱਡੋ, ਇਹ ਕਰੋ ਇਹ ਕਰ ਲਓ, 500 ਰੁਪਏ ਪੈਟਰੋਲ ਕਰ। ਰਾਤੀ ਫੇਰ ਇਹਨਾਂ 500 ਮੰਗੋ ਜੀ ਪੈਟਰੋਲ ਪਵਾਉਣਾ ਹੀ, ਘਰ ਜਾਣਾ ਜੀ।
ਕਾਰੋਬਾਰੀ ਉਹ ਆਂਦੇ ਹਾਲਾਤ ਨੇ ਜੀ ਅਸੀਂ ਬਿਲਕੁਲ ਜੰਗਾਂ ਡੋਣੇ ਰੁਕਵਾ ਦਿੱਤੀਆਂ ਨੇ ਦੁਨੀਆ 'ਚ, ਬੜੀ ਸਾਡੀ ਇੱਜ਼ਤ ਦੇਖੋ ਬਣ ਜੀ ਗਈ। ਅੱਲਾ ਦੇ ਕੰਮ ਹੈਗੇ ਨੇ, ਉਹ ਰੁਕਵਾਉਣ ਵਾਲੇ ਕੌਣ ਹੈਗੇ ਨੇ? ਜੰਗਾਂ ਦੇ ਇਹ ਦੇ ਅੱਲਾ ਦੇ ਕੰਮ ਹੈਗੇ ਨੇ, ਠੀਕ ਹੈ ਨਾ। ਜੰਗ ਅਸੀਂ ਤਾਂ ਨਹੀਂ ਕਿਹਾ ਅਸੀਂ ਲੜੋ ਤੁਸੀਂ ਜਾ ਕੇ, ਸਾਡੇ ਕੋਲ ਮਸਾਇਲ ਹੀ ਨਹੀਂ ਗਏ ਜੰਗ ਲੜਨ ਦੇ। ਇੱਕੋ ਹੀ ਗੋਰੀ ਮਿਸਾਈਲ ਬਣਾਇਆ ਜਿਹੜਾ ਉਹ ਪਿਆ ਹੈ, ਜੋ 50 ਸਾਲ ਤੋਂ ਚੱਲਦਾ ਹੀ ਨਹੀਂ ਨਹੀਂ, ਉਹ ਤਾਂ ਅਸੀਂ ਇੰਡੀਆ ਦਾ ਮੂੰਹ ਬੰਦ ਹਾਂਜੀ, ਕਰਵਾ ਦਿੱਤਾ ਉਹ ਤਾਂ ਵੈਸੇ। ਬੰਦ ਕਰਵਾਤਾ ਹੀ, ਸ਼ੁਕਰ ਹੈ ਅੱਲਾ ਨੇ ਕਰਵਾਇਆ, ਅੱਲਾ ਨੇ ਸਾਡਾ ਸਾਥ ਦਿੱਤਾ, ਠੀਕ ਹੋ ਗਿਆ। ਠੀਕ ਹੈ ਨਾ। ਹੁਕੂਮਤ ਨੇ ਕੀ ਕੀਤਾ ਦੱਸੋ? ਅੱਛਾ, ਕੋਈ ਕੰਮ ਹਾਲੀ ਤੱਕ ਤੁਹਾਨੂੰ ਨਜ਼ਰ ਕੁਛ ਆਇਆ ਐਸਾ ਨਹੀਂ ਜਿਹੜਾ ਹੈ, ਵਾਮੀ ਹੋਇਆ? ਨਹੀਂ ਕੋਈ ਕੰਮ ਨਹੀਂ। ਕਾਰੋਬਾਰ ਤਬਾਹ, ਦੁਨੀਆ ਰੋ ਰਹੀ ਹੈ, ਪਿਟ ਰਹੀ ਹੈ। ਕਾਰੋਬਾਰ ਖੁਸ਼ਹਾਲ, ਦੇਖੋ ਜੀ ਕਾਰੋਬਾਰ ਹੋਏਗਾ ਤਾਂ ਮੈਂ ਵੀ ਖੁਸ਼ਹਾਲ ਹਾਂ, ਮੇਰੇ ਬੱਚੇ ਵੀ ਖੁਸ਼ਹਾਲ ਨੇ, ਵੀ ਖੁਸ਼ਹਾਲ। ਜਦੋਂ ਆ ਕੇ ਸਾਰੀ ਦਿਹਾੜੀ ਆ ਕੇ ਮੋਬਾਈਲ ਹੀ ਚਲਾਣਾ, ਸਵੇਰ 9 ਵਜੇ ਆਏ ਮੋਬਾਈਲ ਹੀ ਚਲਾਈ ਜਾ ਰਹੇ ਹਾਂ, ਗਾਹਕ ਹੈ ਹੀ ਨਹੀਂ। ਆਵਾਮ को कुछ होएगा तो आवाम बाहर निकलेगी ना। 300 रुपये किलो घ्यो ਕਰਨ को 50 200 रुपये लैके जाइए ना घर की हांडी वास्ते। तुम भाएं ना कोई सब्जी नहीं पका सकते कि 2 बंदे 4 बंदे खा लो, एक टाइम की हांडी 500 रुपये की 1000 रुपये की पै जाती है। ਬਿਲਕੁਲ ਠੀਕ ਕਹਿ ਰਹੇ ਹੋ। ਅੱਛਾ ਨਾਜ਼ਰੀਨ, ਤੁਸੀਂ ਸੁਣ ਰਹੇ ਹੋ ਕਿ ਆਵਾਮ ਦਾ ਇਹ ਕਹਿਣਾ ਹੈ ਕਿ ਦੁਨੀਆ 'ਚ ਜਿੰਨੀਆਂ ਮਰਜ਼ੀ ਜੰਗਾਂ ਰੁਕਵਾ ਲਓ, ਜਦੋਂ ਤੱਕ ਅਸੀਂ ਖੁਸ਼ਹਾਲ ਨਹੀਂ ਹੋਵਾਂਗੇ ਉਦੋਂ ਤੱਕ ਨਾ ਤਾਂ ਤੁਹਾਡੇ ਕਿਸੇ ਬਜਟ ਦਾ ਕੋਈ ਫਾਇਦਾ ਹੈ, ਨਾ ਇਸ ਹਕੂਮਤ ਦਾ ਫਾਇਦਾ ਹੈ। ਆਓ ਅੱਗੇ ਲੋਕਾਂ ਨਾਲ ਗੱਲ ਕਰਨੇ ਆ ਕਿ ਬਜਟ ਦੇ ਹਵਾਲੇ ਨਾਲ ਲੋਕੀ ਸੋਚਦੇ ਨੇ ਔਰ ਉਹਨਾਂ ਦੇ ਮੁਤਾਬਿਕ ਪੈਟਰੋਲ ਕਿੰਨਾ ਸਸਤਾ ਹੋਣਾ ਚਾਹੀਦਾ ਸੀ, ਇਹ ਵੀ ਅਸੀਂ ਲੋਕਾਂ ਕੋਲ ਜਾਣਦੇ ਹਾਂ। ਕੀ ਹਾਲ ਹੈ ਜਨਾਬ, ਠੀਕ ਹੋ? हाँ जी हाँ जी ठीक ਬੜਾ हूँ। ਸਟਾਈਲ ਹੈ ਮਾਸ਼ਾਅੱਲਾ ਤੁਹਾਡਾ। स्टाइल बनाइए ना, ਬਿਲਕੁਲ ਬਣਾਓ। 600 ਕਮਾਉਂਦੇ ਆ ਤੇ ਸਟਾਈਲ ਨਾ ਬਣਾਈਏ। ਸੋ ਉਹ ਕਹਿੰਦੀ 8000 ਦੇ ਵਿੱਚ ਮਹੀਨਾ ਚੱਲ ਸਕਦਾ ਸੀ, 600 ਦੇ ਵਿੱਚ ਆਪਣਾ ਸਟਾਈਲ ਨਹੀਂ ਬਣਾ ਸਕਦੇ। ਦੇਖੋ ਨਾ 8000 ਚ ਕਹਿੰਦੀ ਵੀ ਇਹ ਬਿਲਡਿੰਗਾਂ ਬਣਦੀਆਂ ਪਈਆਂ ਨੇ, ਇਹਦਾ ਖਰਚਾ ਕਿੰਨੇ ਦੇਣਾ? ਤੁਸੀਂ ਦੇਣਾ। ਇਹ ਕਿਹਦੇ ਚੋਂ ਨਿਕਲਣਾ? ਉਹ ਅਰਬਾਂ ਰੁਪਏ ਦਾ ਜਹਾਜ਼ ਲਿੱਤਾ ਇਹ ਕਿੰਨੇ ਕਾਹਦੇ ਵਾਸਤੇ ਲਿੱਤਾ ਇਹ? ਮੈਂ ਬਹਿਣਾ ਵਿੱਚ, ਮੇਰੀ ਫੈਮਿਲੀ ਨੇ ਬਹਿਣਾ ਜਾਂ ਤੁਹਾਡੀ ਫੈਮਿਲੀ ਨੇ ਬਹਿਣਾ? ਦੱਸੋ ਨਾ ਕਿਉਂ ਬਣਾਉਂਦੇ ਪਏ ਹੋ? ਕਿਆ ਕੀ ਮਸਲਾ ਹੈ? ਸੜਕਾਂ ਪੁੱਟਣ ਦੇ ਹੋ, ਪੁਲ ਪੁੱਟਣ ਦੇ ਹੋ। ਉਹ ਵਕੀਲ ਵਜ਼ੀਰਾਬਾਦ ਵਾਲੀ ਸੜਕ ਦਾ ਇਫਤਤਾਹ ਕੀਤਾ, ਤੀਸਰੇ ਦਿਨ ਉਹਨੂੰ ਪੁੱਟ ਦਿੱਤਾ ਏ। ਕਰੋੜਾਂ ਅਰਬਾਂ ਰੁਪਏ ਦੀ ਉਹ ਬਣਾ ਕੇ ਤੇ ਤੀਸਰੇ ਦਿਨ ਉਹਨੂੰ ਪੁੱਟ ਦਿੱਤਾ ਜੀ ਇੱਥੇ ਮੈਟਰੋ ਬਣਨੀ ਹੈ। ਤੁਹਾਡੇ ਪਿਓ ਦੀ ਹੈ? ਨਹੀਂ, ਤੁਹਾਡਾ ਦਾਦਾ ਛੱਡ ਗਿਆ ਸੀ ਲੋਹਾ ਕਿ ਇਹ ਪਾ ਦੇਣਾ ਵਿੱਚ। ਅੱਛਾ, ਉਹ ਆਂਦੇ ਮੈਨੇ ਬਜਟ ਜਿਹੜਾ ਅਸੀਂ ਦੇ ਦਿੱਤਾ ਇਸ ਤੋਂ ਬਾਅਦ ਖੁਸ਼ਹਾਲੀ ਹੈ। ਕਾਹਦੀ ਖੁਸ਼ਹਾਲੀ ਹੈ? ਚਾਹ ਦੀ ਪੱਤੀ ਤੁਹਾਨੂੰ ਹੋਰ 2 ਮਹੀਨਿਆਂ ਨੂੰ 200 ਦੀ ਮਿਲਣੀ 50 ਵਾਲੀ। ਖੁਸ਼ਹਾਲੀ ਕਾਹਦੀ ਲੱਭਦੇ ਹੋ ਤੁਸੀਂ? ਇਹ ਐਨੇ ਵਾਸ ਬੰਨ ਦਿੱਤੇ, ਕੋਈ ਡਿੱਗਦਾ ਪਿਆ, ਕੋਈ ਮਰਦਾ ਪਿਆ, ਕੋਈ ਕੁਝ ਹੁੰਦਾ ਪਿਆ, ਕੋਈ ਉਹ ਆਪਣਾ CCD ਵਾਲੇ ਮਾਰੀ ਜਾ ਰਹੇ ਨੇ, ਕੋਈ ਉਹ ਪੀਰਾ ਫੋਰਸ ਵਾਲੇ ਲਈ ਫਿਰਦੇ ਨੇ। ਕਮਾਲ ਹੋ ਗਿਆ ਯਾਰ ਸਾਡੇ ਮੁਲਕ ਦਾ ਹਾਲਾਤ ਹੈ। ਕੋਈ ਤੁਸੀਂ ਆਪਣਾ ਮੁਲਕ ਦਾ ਕੋਈ ਹਿਸਾਬ ਲਾਓ, ਕੋਈ ਆਪਣਾ ਕੰਮ ਕਰੋ, ਇੰਡਸਟਰੀਆਂ ਚੱਲਣ, ਮਜ਼ਦੂਰ ਕੰਮ ਕਰਨ, ਗਰੋਥ ਸਹੀ ਹੋਵੇ, ਮੁਲਕ ਦੀ ਖੁਸ਼ਹਾਲੀ ਆਵੇ। ਲੋਕ ਬੈਠੇ ਨੇ ਸਵੇਰ ਦੀ ਬਿਸਮਿਲ੍ਲਾ ਨਹੀਂ ਇਹਨਾਂ ਨੇ ਕੀਤੀ। ਪੁੱਛੋ ਇਹਨਾਂ ਕੋਲੋਂ ਇਹ 2500 ਰੁਪਇਆ ਦਿਹਾੜੀ ਆ ਦੀ ਕਿੱਥੋਂ ਦੇਗਾ ਮਾਲਕ? ਇਹਨਾਂ ਦੀ 2000 ਰੁਪਏ ਇਹਨਾਂ ਦੀ ਦਿਹਾੜੀ ਹੈ, ਕਿੱਥੋਂ ਮਾਲਕ ਦੇਗਾ? ਬਿਸਮਿਲ੍ਲਾ ਤੇ ਕਰਨੀ ਹੋਈ। ਅਗਰ ਫਰਜ਼ ਕਰੋ ਹੁਕੂਮਤ ਵਾਲੇ, ਤੁਸੀਂ ਹੁਣ ਦੱਸੋ ਵੀ ਆ 18000 ਮੈਂ ਕਮਾਣਾ, ਹੁਣ ਦੱਸੋ ਮੈਂ ਕਿਵੇਂ ਪੂਰਾ ਮਹੀਨਾ ਕੱਢਣਾ ਇਹਦੇ ਨਾਲ? ਤੇ ਆਵੇ ਖਰਚੇ ਕੀ ਨੇ? ਪੁੱਛੋ ਤਾਂ ਸਹੀ। ਉਹ ਮੇਰਾ 1000 ਰੁਪਇਆ ਖਰਚਾ ਤੁਹਾਡਾ ਤੁਹਾਡਾ ਰੋ ਕੇ 1000 ਰੁਪਇਆ ਕਰਦੀ ਹੈ। ਰਾਤ ਨੂੰ ਗਾਲਾਂ ਕੱਢਦੀ ਹੈ ਮੈਨੂੰ। ਬੁੱਢੀ ਤੁਹਾਨੂੰ ਗੱਲ ਹਾਂਜੀ, ਕਿ ਗਾਲਾਂ ਹੀ ਕੱਢਣੀਆਂ, ਭਾਵੇਂ ਨਾ ਕੱਢੇ, ਪੱਲੇ ਪਾਸੇ ਮੂੰਹ ਕਰਕੇ ਫਿਟੇ ਮੂੰਹ ਇਹਦੇ ਪੱਲੇ ਪੈ ਗਈ। ਮੈਂ 1000 ਰੁਪਇਆ ਲਿਆਨੀ ਆ, 700 ਵੀ ਦੇਣਾ ਮੈਂ। ਕੀ ਹਾਲ ਜ਼ਿਆਦਾ ਜ਼ਿੰਦਗੀ ਦਾ ਕੋਈ ਫਾਇਦਾ ਹੈ? ਖਤਮ ਹੋ ਗਿਆ ਕੰਮ। ਇਹ ਹੁਣ ਜਾਣ ਵਾਲੇ ਨੇ ਬਸ ਉਹ ਤਿਆਰਾ ਜਾਂ ਲਿਖਿਆ ਨਾ ਉਹਦੇ ਵਿੱਚ ਬਸ ਐਂਡ ਹੋ ਗਿਆ। ਅੱਛਾ, ਤੁਸੀਂ ਕੀ ਕੰਮ ਕੀ ਕਰਦੇ ਹੋ ਇੱਥੇ? ਮੈਂ ਕੰਮ ਦੱਸਾਂਗਾ ਨਾ ਤਾਂ ਮੇਰਾ ਕੰਮ ਬੰਦ ਹੋ ਜਾਏਗਾ। ਤੁਹਾਡੀ ਮਿਹਰਬਾਨੀ, ਮੈਂ ਹੱਥ ਜੋੜਦਾ। ਕੀ ਇਹ ਕੋਈ ਗੈਰ ਕਾਨੂੰਨੀ ਕੰਮ ਆ ਮੈਂ ਗੈਰ ਕਾਨੂੰਨੀ ਕੰਮ ਕਰਨਾ, ਤੁਹਾਡੀ ਸਟਾਲ ਮਿਹਰਬਾਨੀ। ਵਾਲੇ ਵੀ ਗੈਰ ਕਾਨੂੰਨੀ ਹੋਏ ਪਏ ਨੇ। ਸਟਾਰ ਹੀ ਲਾਣਾ ਮੈਂ, ਉਹ ਹੀ ਗੈਰ ਕਾਨੂੰਨੀ ਹੈ। ਓਏ ਹੋਏ। ਤੁਹਾਡੀ ਮਿਹਰਬਾਨੀ, ਅੱਲਾ ਤੁਹਾਨੂੰ ਖੁਸ਼ ਰੱਖੇ। ਅੱਛਾ ਨਾਜ਼ਰੀਨ, ਇਹ ਭਾਈ ਦੇ ਹਵਾਲੇ ਨਾਲ ਮੈਂ ਗੱਲ ਕੁਝ ਕਰਨਾ ਚਾਹਾਂਗਾ। ਇਹ ਸਟਾਲ ਵਾਲੇ ਲੋਕ, ਇਹ ਸਫੇਦ ਪੋਸ਼ ਮਿਹਨਤ ਕਰਦੇ, ਬਾਜ਼ਾਰਾਂ 'ਚ ਆਪਣਾ ਕਾਰੋਬਾਰ ਕਰਦੇ ਸਨ, ਕੋਈ ਛੋਟਾ ਮੋਟਾ ਰਿਜ਼ਕ ਕਮਾ ਲਿਆ। ਇਹਨਾਂ ਲੋਕਾਂ ਦਾ ਜਿਹੜਾ ਸਟਾਲ ਚੁਕਵਾ ਦਿੱਤੇ ਗਏ ਨੇ, ਕਮ ਅਜ਼ ਕਮ ਹਕੂਮਤ ਨੂੰ ਜਾਂ ਤਾਂ ਇਹਨਾਂ ਨੂੰ ਮੁਤਬਾਦਲ ਜਗ੍ਹਾ ਦੇਣਾ ਚਾਹੀਦੀ ਸੀ, ਜਾਂ ਇਹਨਾਂ ਨੂੰ ਅਗਾਹ ਕਰਨਾ ਚਾਹੀਦਾ ਸੀ ਕਿ ਅਸੀਂ ਤੁਹਾਡੇ ਸਟਾਲ ਚੁੱਕਣ ਲੱਗੇ ਹਾਂ, ਨਾ ਕਿ ਉਹ ਸਟਾਲ ਨੂੰ ਠੁੱਡੇ ਮਾਰੇ ਜਾਂਦੇ, ਔਰ ਨਾ ਉਹ ਇੱਕ ਨਵੀਂ ਫੋਰਸ ਬਣਾ ਕੇ ਇਹਨਾਂ ਲੋਕਾਂ ਨੂੰ ਤੰਗ ਕੀਤਾ ਜਾਂਦਾ। ਕਮ ਅਜ਼ ਕਮ ਇਹਨਾਂ ਨੂੰ ਕੋਈ ਮੁਤਬਾਦਲ ਜਗ੍ਹਾ ਦੇਵਣ ਜਾਂ ਇਹਨਾਂ ਨੂੰ ਮੌਕਾ ਦੇਵਣ ਕਿ ਆਪਣਾ ਕਾਰੋਬਾਰ ਕਿਸੇ ਹੋਰ ਜਗ੍ਹਾ ਖੜਾ ਕਰ ਸਕਣ। ਇਹਨਾਂ ਨੂੰ ਉਠਾਵਣ ਨਾ, ਇਹਨਾਂ ਵਾਸਤੇ ਕੋਈ ਜਗ੍ਹਾ ਦੇਵਣ।
अस्सलाम वालेकुम खान साहब। वालेकुम अस्सलाम। ਖਾਨ ਸਾਹਿਬ ਬਜਟ ਆ ਗਿਆ ਹੈ, ਕੀ ਲੱਗਦਾ ਤੁਹਾਨੂੰ ਕੋਲ ਹਾਲਾਤ ਬਿਹਤਰ ਹੋਣਗੇ? नहीं कभी नहीं हो रहा है बजट समझ ही नहीं आ रहा है। बजट सानू की मिला है खुदा की कसम, जो बजट आया हुआ सानू 50 पैसे भी नहीं मिले हैं। 50 रुपए तो दूर की बात है, 50 पैसे तक नहीं मिला। पर बजट किस वास्ते है? इन हुक्मरानों के वास्ते के लिए है जो लेक्सस और V8 में फिर रहे, घूम रहे, बाहर किसी ने नजर नहीं आ रहा। गरीब सड़कों के ऊपर फिर रहे, धक्के खा रहे, परेशान हुए बिजली के हालातों से, पानी के हालातों, गैसों के, सारे सिस्टम ख़राब है इनका। बंदा किधर जाए? गरीब बंदे के लिए बजट नहीं है, ये इन्हीं के लिए बजट है जो इस सिमली हाल के अंदर जो मुख्तसर तकरीबन 200-250 लोग बैठे, उन्हीं के लिए बजट है। 22 करोड़ आवाम के लिए बजट ये नहीं है, और ना ये होगा और ना बनाएगा ये लोग गरीब आवाम के लिए। सिर्फ अपने लिए बनवाते, अपने लिए मज़े कर रहे, अपने लिए इनकी फैमिलियाँ, इनके बच्चे बाहर मुल्कों में जाके बस इनकी मज़े है। मैंने पिया के मज़े है पाकिस्तान में, ना बिजनेसमैन का, ना कोई ताजर हो, जो भी हो, उनका कोई मज़े नहीं। वो बेचारा परेशान है, मर रहे। आजकल मैं आपको लखपति भी रो रहे, करपति भी रो रहे, अरबपति भी रो रहे, सारे रोई जा रहे। कारोबार है नहीं है इधर, सिर्फ और सिर्फ मैंने MP और सेनेटर, बस इनके मज़े खाओ पियो मज़े करो बस। गरीब बंदे का किसी ने नहीं सोचते। बजट हमारा नहीं है, ना हो सकते है बजट। ये बजट किसी गरीब के लिए बना नहीं है। बस इधर जो गरीब है उनको मारो पीरो जो मर्जी हो जाए, गरीब बंदे का कुछ नहीं। अच्छा खान साहब, ਤੁਹਾਡਾ ਕੰਮ ਕਿੰਨਾ ਕੁ ਮੁਤਾਸਰ ਹੋਇਆ ਇਹਦੇ ਤੋਂ? मैं तो आपको कुछ कह नहीं सकता हूँ भाईजान। 2022 के बाद मैं ये नहीं कहूँगा, जिस बंदे से जाके पूछ लेना, अगर वो मुनाफिक और जाहिल होगा जो बोलेगा हर चीज़ सही है, बेहतर है, ये है वो है, कुछ भी हालात ठीक नहीं है हमारे में। 2022 तो पहले अच्छा सी 2022 सारा सब कुछ अच्छा। कोरोना के पाइन में आपको एक रोटी खा के हम सो जाना था सही, लेकिन अब एक रोटी, वो कह रहे एक रोटी 3 भाई खा लो, 4 भाई एक रोटी खाओ। तुझे दोनों भाई पहले दिखाओ, दोनों एक रोटी खाओ, फिर हम खाएंगे ना। पहले दोनों भाई खाओ एक रोटी, फिर हम भी खाएंगे ना। अगर आप 2 भाई खा सकते हैं ना, तो फिर हम 3 भाई हम भी एक रोटी खा के सो जाएंगे। आप नहीं खा सकते हो तो हम कहाँ से खा लेगा? अच्छा खान साहब, मैं दसो शूज़ वगैरह तुसी खुद बनाते हो या मंगवाते हो? ए मंगवा रहे हैं, पाए हैं जो ऊपर वाला हिस्सा है चाइना से मंगवा रहे हैं, जरा नीचे वाला हिस्सा है वो पाकिस्तान के कबाड़ में बांटते हैं, केमिकल बना के वो तो बना लेते हैं। ठीक है, ऐसे सिस्टम है। किन्ने का हो गया शूज़ होने वैसे? शूज़ फी जोड़ा 200-250 रुपये महंगा हो गया। अच्छा, लेकिन हमारा रेट फिर बरकरार है, हम क्या करें, हमारा कमाई कितने का जी शूज़? 3000 पहले भी था, 2 साल 3 साल पहले, और अब भी 3000 है। लेकिन केमिकल बढ़ रहे, चीज़ रेटों का बढ़ गया, टैक्सी बढ़ गया, एक चीज़ बढ़ गया। मतलब किधर जाए गरीब बंदा? कब्र में जाए, सीधी बात। और कब्र भी आजकल पंजाब में महंगे, हमारे साइडों में फिर भी मुफ्त का मिल रहा है। केड़े इलाके दे हो खान हम साहब? KPK कैसे? ठीक है। हमारे साइडों में कपड़े मुफ्त। कितने साल तो तुसी लाहौर काम कर रहे हो? मैं भाई 2009 से आया हूँ लाहौर, वो भी अनार गली में। अच्छा, 2009 से 2009, 10, 11 जब शहबाज शरीफ को हुकूमत, उस वक्त हालात ठीक थे, सही थे, माशाल्लाह बहुत सस्ताई था, हर चीज़ सस्ता था उस वक्त। ए हुन आके की हो गया उन्होंने? हुन वज़ीर पता आज़म नहीं बन की गए। हो गया, हुन माल पैसा निकाल लिया, बाहर मुल्कों में लेके जा रहे। कोई पागल का बच्चा है पाकिस्तान में इन्वेस्टमेंट करे, ठीक है। कोई कर ही नहीं रहे, सारे बाहर जा रहे, भाग रहे, क्योंकि इधर हुक्मरान चोर बने हुए हैं। वो कह रहे सानू पहले टैक्स दे दो। होना चाहिए कि मुल्क को तरक्की होना चाहिए, मुल्क को आगे होना चाहिए। अच्छा खान साहब, ਤੁਹਾਡੇ KPK च भी कोई हालात बेहतर होए? नहीं पाइन उधर तो बिल्कुल हालात बेहतर। मैंने पूरी ज़िंदगी में वहाँ KPK में मेट्रो बस के अलावा कुछ नहीं देखा है। हाँ, किसी हुकूमत ने कुछ नहीं किया KPK च? ये अपने लिए करते हैं सारे। उधर नहीं, उधर कितना साल हो गया, 15 साल हो गया मेरे ख्याल हाँ, में, बिल्कुल। जो ने खाली मेट्रो बनाया हुआ है सालों। मेट्रो रे असि की करने पाए, मेट्रो तो सारे बाइक अच्छा है, अपने बाइक में हम घूम फिर सकते हैं। वोट तो तुसी उन्होंने दिता होना, नहीं, अगली बार भी दोगे? मैं नहीं दूंगा कभी, ना जिंदगी भर की दूंगा। किसी ने भी नहीं देना? किसी ने वोट नहीं देने भाई, क्यों अपने लोगों से गाली खाए, वो वोट दे रहे हैं। वोट मैं किसी को देता नहीं हूँ, जिंदगी भर नहीं दूंगा। क्यों गलत इस्तेमाल कर ले अपने वोट का? इससे बेहतर है कि अपने पास रखो महफूज। ठीक हो गया, ठीक हो गया। खान साहब ये कह रहे हैं कि KPK च मेट्रो तो इलावा जी हुकूमत इन्हें पिछले 14-15 साल कुछ भी नहीं दिता। यकीन मानो, मैं महंगाई है ना, लेकिन माशाल्लाह काम हो रहा है लाहौर में। मैं तो जा रहा हूँ बाहर, वैसे रात को 9 बजे दुकान बंद कर घूमने फिरने जाता हूँ, हर जगह पार्किंग बढ़ रहा है भाई। अनार गली में देख, और मेरा दुकान देख, पता नहीं 70 साल पहले कबाड़ था ऊपर, अब माशाल्लाह इतना बेहतर ऊपर बना या नक्शा दिखाओ तो पता चल जाए। अच्छा, काम हो रहा काम अच्छे है हो माशाल्लाह, काम बेहतरीन हो रहा है पंजाब में। KPK से 100 गुना बेहतर काम हो रहा है, लेकिन पंजाब में महंगाई बहुत है, गरीब आदमी तंग है। काम तो बहुत हो रहा है माशाल्लाह हर अच्छा जगह। मरियम नवाज साहब रिक्वेस्ट कर दो, KPK मैं- में काम अच्छा कर रहे हो तुसी, मैं- लेकिन महंगाई कर रहा हूँ। मैं रिक्वेस्ट करता हूँ अपने पंजाब की CM साहिबा से
कि माशाल्लाह आपके काम के एफिकेसी 15 सालों में बहुत अच्छे हो रहे हैं। मेरा 16 साल हो गया इधर लाहौर में। पहले आपका चाचा था, फिर वो पीटीआई आ गया, अब आप आए। माशाल्लाह आपका काम बहुत अच्छे हो रहा है, सफाई भी हो रहा है, हर सिस्टम अच्छा हो रहा है। लेकिन वो एक बात है, महंगाई है। गरीब के लिए कुछ सोचो बस। बिल्कुल मेरी ये रिक्वेस्ट है इनसे। ठीक हो गया। हुकूमत को रिक्वेस्ट है कि गरीब वास्ते कुछ करो, गरीब दा सोचो। एक छोटी सी ब्रेक लेने हैं, दोबारा हाजिर हो। बजट आ गया पंजाब दा, जी जी ਤੁਹਾਨੂੰ ਲੱਗਦਾ है कोई बेहतरी आएगी ਹੁਣ? इंशाल्लाह उम्मीद तो है कि इंशाल्लाह अल्लाह पाक आसानी कर देंगे। हमारी हुकूमत भी हमारे लिए मुफ्तें करेगी, कोई अच्छा निज़ाम हो जाएगा हमारा। बस खड़े हैं अल्लाह की तवक्कल पे इंशाल्लाह के कस्टमर अच्छे सुनाओ हैं। आजकल कम दी की सूरत हाल है? काम आजकल तो हम आ गए हैं, आजकल तो काम वैसे स्लो है, मगर इंशाल्लाह आगे आगे काम जो है ना रबी अव्वल में बेहतर हो जाता है हमारा काम ना, इंजॉयबल हो जाता है। अच्छा ਤੁਸੀਂ 350 ਦੀ ਬੈਲਟ ਲਗਾਈ ਹੋਈ ਹੈ, जी ਰੇਟ ਤਾਂ ਤੁਹਾਡਾ ਮੁਨਾਸਿਬ ਹੈ। ਜੀ। ਲੋਕ ਕਹਿੰਦੇ ਨੇ ਕਿ ਇਹ ਵੀ ਮਹਿੰਗੀ ਹੈ। कुछ लोग होते हैं जो उनसे कहते हैं कि यार आपका रेट बहुत ज़्यादा है, आप बहुत ज़्यादा महंगी दे रहे हो, मगर जो उनसे रीजनेबल कस्टमर है ना, जिसको पता है कि यार आप क्वालिटी का दे रहे हो। मेरे पास जो सी बेल्ट होती है ना वो जॉबलेट है, ये रेक्सियन नहीं है। रेक्सियन 3 फोल्ड होती है, ये 4 फोल्ड है। ये अच्छा और समझ ले अच्छा टाइम निकाल देती है, 8-9 महीने आराम से निकाल देती है। 300-350 रुपये में 8-9 महीने निकल जाए तो होड़ क्या चाहिए किसी शख्स को। ਉਹ ਤੁਸੀਂ ਤਾਂ ਹੁਕੂਮਤ ਕਹਿ ਰਹੀ ਸੀ ਕਿ 8,500 ਨਾਲ ਬੰਦੇ ਪੂਰਾ ਮਹੀਨਾ ਕੱਢ ਲੈਂਦਾ, ਪੂਰੇ ਘਰ ਦਾ ਖਰਚਾ, ਤੇ ਤੁਸੀਂ 350 ਨਾਲ 9 ਮਹੀਨੇ ਲੋਕਾਂ ਦੇ ਲਗਾ जनाब ਰਹੇ ਹੋ। यकीन माने 13-14 हज़ार रुपया तो बिल ही आ जाता है। ਓਏ ਹੋਏ। बकाया कोई नहीं, अल्लाह आसानी करे इंशाल्लाह। ਕਿਵੇਂ ਗੁਜ਼ਾਰਾ ਕਿਵੇਂ ਚੱਲ ਰਿਹਾ ਅੱਜ ਕੱਲ੍ਹ? अल्लाह चला रहा है निज़ाम, पूरी दुनिया का निज़ाम उस कादिर ने चलाया हुआ है। हम बस लगे हैं मेहनत करने के लिए, अल्लाह पाक हमें अच्छी दिहाड़ी हमारी लग जाती है। ये तो अल्लाह का शुक्र है, हम आते हैं कोई कमाते वगैरह ना। पहले मैं जॉब करता था अच्छा, और अब मैं फर्स्ट टाइम जॉब करता हूँ और सेकंड टाइम ये साल जॉब क्या करते हैं? मैं टाइपिंग करता हूँ। अच्छा, कितना पढ़ा लिखे हैं? मैं मैट्रिक किया हूँ। अच्छा, तो जॉब ठीक चल रही है साहब? जॉब अल्लाह का शुक्र है। मैं सुबह 8 बजे जाता हूँ, 8 बजे से लेके शाम 4 बजे तक मैं फ्री हो जाता हूँ। फिर 4 बजे मैं यहाँ पर आता हूँ, 4 बजे से लेकर रात 9 बजे तक घूमने टाइम किया हुआ है। रात 9 बजे तक मैं अपनी बेल्टें सेल करता हूँ ठीक है, और अल्लाह का शुक्र है अच्छे पैसे मेरे बच जाते हैं। ठीक है। शादी हुई है आपकी? नहीं नहीं, शादी अभी नहीं हुई है। अच्छा, हाली ਤੁਸੀਂ ਛੜੇ ਹੋ ਇਸ ਵੇ ਤਾਂ ਨਿਜ਼ਾਮ ਠੀਕ ਚੱਲ ਰਿਹਾ ਹੈ। हाँ जी हाँ जी, ਚਲੋ ਅੱਲਾਹ ਪਾਕ ਮਜ਼ੀਦ ਤੁਹਾਨੂੰ ਤਰੱਕੀ ਦੇ ਔਰ ਤੁਹਾਡੇ ਕੰਮ 'ਚ ਬਰਕਤ ਵਗੈਰਾ। बस आपकी दुआ चाहिए, अल्लाह इंशाल्लाह अल्लाह पाक आसानी करेगा। ਲੱਗਦਾ ਹੈ ਵੈਸੇ ਮੁਲਕ ਦੇ ਵੀ ਹਾਲਾਤ ਬਿਹਤਰ ਹੋਣਗੇ? इंशाल्लाह ज़रूर होंगे। हमारी मरियम नवाज़ आई हैं, CM मरियम नवाज़, अच्छा, हमारे लिए रिस्पेक्टेबल हैं। इंशाल्लाह कुछ ना कुछ तो अच्छा होगा। हमारी उनसे भी उम्मीद है, अल्लाह से भी उम्मीद है। इंशाल्लाह वो हमारे लिए कुछ सोचेंगे। ਸਰ ਕੀ ਸੂਰਤ ਹਾਲ ਹੈ ਅੱਜ ਕੱਲ੍ਹ ਕਾਰੋਬਾਰ ਦੀ? ਕਾਰੋਬਾਰ ਤੇ ਬਹੁਤ ਮੰਦੇ ਭਜਨ ਅਸਲੇ ਕੁਛ ਨਾ ਪੁੱਛੋ, ਕਿਸੇ ਨਾਲ ਇਹਦਾ ਉਸਰਾ ਵਾਪਸ ਜਾਈਦਾ ਵੇ, ਕਿਤੇ ਲਾਗੇ ਉਹ ਵਿਕਿਆ ਕਿਤੇ ਨਾ ਵਿਕੇ ਨਾ ਸੀ। ਕੰਮ ਹੀ ਨਹੀਂਗਾ, ਮਹਿੰਗਾਈ ਇੰਨੀ ਜ਼ਿਆਦਾ ਹੈਗੀ, ਕਿੱਥੋਂ ਬੰਦਾ ਲਿਆ ਕੇ ਖਾਵੇ, ਕਿੱਥੋਂ ਖਰੀਦਾਰੀ ਕਰੇ। ਬਹੁਤ ਆਵਾਜ਼ਾਰ ਹੋਇਆ ਸੀ ਉਸੇ। ਬਜਟ ਆ ਗਿਆ, ਉਹਨੂੰ ਕਹਿੰਦੇ ਨੇ ਹਾਲਾਤ ਬਿਹਤਰ ਹੋ ਜਾਣਗੇ। ਦੇਖੋ ਕਦੋਂ ਉਹ ਪਤਾ ਲੱਗੇਗਾ ਕਿ ਅੱਛਾ ਬਜਟ ਹੋਏਗਾ ਫਿਰ ਤਾਂ ਹਾਲਾਤ ਚੰਗੇ ਹੋਣਗੇ, ਨਹੀਂ ਤਾਂ ਮੁਸ਼ਕਿਲ ਹੈਗਾ ਨਜ਼ਰ ਆ ਰਿਹਾ ਹੈ। ਹੁਣ ਦੇਖੋ ਸਭ ਪਾਸੇ ਜੀ ਫੜ ਲਓ ਪਈ ਹੈ। ਅੰਬ ਪਹਿਲਾਂ ਮਿਲਦਾ 100 ਰੁਪਏ ਕਿਲੋ, ਹੁਣ 300 ਰੁਪਏ ਕਿਲੋ ਅੰਬ ਮਿਲਦਾ। ਕਿੱਥੋਂ ਬੰਦਾ ਬੱਚਿਆਂ ਨੂੰ ਖਵਾਵੇ, ਕਿੱਥੋਂ ਰੋਟੀ ਖਵਾਵੇ? ਬਜਟ ਕਾਹਦਾ ਹੈਗਾ ਜੀ? ਬਿਜਲੀ ਦਾ ਰਫੜ ਪਿਆ ਹੋਇਆ, ਬਿਜਲੀ ਵਧਾਈ ਜਾਂਦੇ ਜੀ, ਇੰਝ ਹੋ ਗਿਆ ਜੀ, ਸੋਲਰ ਹੋ ਗਿਆ ਜੀ, ਫਲਾਣਾ ਹੋ ਗਿਆ। ਇਹੀ ਗੱਲਾਂ ਕਰਦੇ ਪਏ ਨੇ, ਕਰਦੇ ਕੁਛ ਨਹੀਂ ਪਏ ਨੇ। ਪੈਟਰੋਲ ਰੋਜ਼ ਕਹਿੰਦੇ ਘਟ ਗਿਆ, ਉਹ ਘਟਦਾ ਕੁਛ ਨਹੀਂ, ਬਸ ਉਹ ਫੋਟੋਆਂ ਲਾਉਂਦੇ ਨੇ, ਇੰਝ ਹੋ ਗਿਆ ਜੀ, ਇੰਝ ਦਿਲ ਨੂੰ ਤਸੱਲੀ ਦੇ ਲਈ ਫਲਾਣ ਜੀ ਕਰ ਲਓ, ਕੋਈ ਚੱਕਰ ਨਹੀਂ ਨਜ਼ਰ ਆ ਰਿਹਾ ਸਾਨੂੰ ਤੇ। ਅਸੀਂ ਤੇ ਇਹਦੀ ਘੁੰਮਾਈ ਬਹੁਤ ਹੀ ਤੰਗ ਹੋਏ ਹਾਂ, ਵਰਨਾ ਉਸ ਤੋਂ ਪਹਿਲਾਂ ਅਸੀਂ ਬੜੇ ਸਕੂਨ 'ਚ ਹੈਗੇ ਸੀ। ਠੀਕ ਹੋ ਗਿਆ। ਅੱਛਾ, ਮੈਨੂੰ ਇਹ ਦੱਸੋ ਕਿ ਪੈਟਰੋਲ ਦੀਆਂ ਵੀ ਕੀਮਤਾਂ ਕੁਝ ਘਟੀਆਂ ਨੇ ਪਿਛਲੇ ਦਿਨਾਂ 'ਚ, ਕੀ ਸਮਝੋ ਕਿੰਨੇ ਦਾ ਹੋਣਾ ਚਾਹੀਦਾ ਪੈਟਰੋਲ? ਉਹ ਦੇਖੋ ਜੀ, ਕਿਸੇ ਗਿਆ ਸੀ ਵਧਾਇਆ ਉਹਨਾਂ ਨੇ ਮਸਾਂ 150 ਰੁਪਈਆ ਹਾਂ, ਤੇ ਘਟਾ 2 ਰੁਪਈਏ 20 ਰੁਪਈਏ 20 ਕੀ ਮਸਾਂ 3 ਰੁਪਏ ਘਟਾ ਰਹੇ ਨੇ। ਜਾਂ ਤਾਂ ਘਟਾਣਾ ਸਿੱਧੇ ਦਾ ਘਟਾਣਾ ਹੋਵੇ। ਰਾਤ ਨੂੰ ਤਸੱਲੀ ਦਿੰਦੇ ਨੇ, ਸਵੇਰ ਨੂੰ ਸਾਰੀ ਦਿਹਾੜੀ, ਰਾਤ ਨੂੰ ਪਤਾ ਲੱਗਦਾ ਸਿਰੇ 3 ਰੁਪਏ ਘਟੇ ਜੀ। ਅੱਛਾ, ਕਿੰਨਾ ਹੋਣਾ ਚਾਹੀਦਾ ਵੈਸੇ ਪੈਟਰੋਲ? ਦੇਖੋ ਜੀ ਕਿੰਨਾ ਹੈਗਾ ਜੀ, ਬਾਰੇ ਨਹੀਂ ਆਂਦਾ ਹੈਗਾ ਜੀ ਮੋਟਰਸਾਈਕਲ ਦਾ ਤੇਲ, ਜੋ ਵੀ ਹੋਵੇ 200-250 ਤੱਕ ਹੋਣਾ ਹਾਂ ਚਾਹੀਦਾ। ਨਹੀਂ ਹੋਣਾ ਚਾਹੀਦਾ। ਮਤਲਬ ਮਕੂਲ ਕਿਰਾ ਚੱਲਦਾ ਅਸੀਂ ਪਾ ਸਕੀਏ ਜੋ ਵੀ ਖਾਵੇ। ਹੁਣ 1000 ਰੁਪਏ ਤੇਲ ਪਵਾ, ਮੈਂ 3 ਦਿਨ ਨਹੀਂ ਚੱਲਦਾ ਖਾਵੇ। ਕਿੱਧਰ ਜਾਈਏ ਦੱਸੋ, ਤੁਸੀਂ ਆਪ ਸਮਝਦਾਰ ਹੋ। ਠੀਕ ਹੋ ਗਿਆ। ਉਹ ਮਾਸ਼ਾਅੱਲਾ ਨਿੱਕੇ ਸਾਰੇ ਲੱਗੇ ਹੋਏ ਹੋ ਕੰਮ ਕਰਨ। ਸੁਣਾਓ, ਠੀਕ ਚੱਲ ਰਿਹਾ ਕੰਮ? ਸ਼ੁਕਰ ਹੈ ਮਾਲਕ ਦੀ ਜ਼ਾਤ। ਅੱਛਾ, ਮੈਂ ਵਾਰੀ ਪੁੱਛਣਾ ਤੁਹਾਡੇ ਕੋਲੋਂ, ਸਕੂਲ ਵੀ ਗਏ ਹੋ ਵੈਸੇ? ਗਏ ਆ 5 ਕਲਾਸਾਂ ਪਰੇ। ਬਹੁਤ ਹੋ ਗਈਆਂ, ਬੜੀਆਂ ਨੇ। ਬੜੀਆਂ ਨੇ 5।
ਕੰਮ ਠੀਕ ਹੀ ਚੱਲ ਰਿਹਾ? ਸ਼ੁਕਰ ਹੈ ਮਾਲਕ ਦੀ ਸਾਹਿਬ। ਕੰਮ ਇਸ ਤੋਂ ਪਹਿਲੇ ਵੀ ਕੋਈ ਕਰਦੇ ਸੀ, ਇਹ ਹੀ ਸ਼ੁਰੂ ਕੀਤਾ ਹੈ? ਇਹ ਹੀ ਸ਼ੁਰੂ ਕੀਤਾ ਹੈ, ਸਾਡਾ ਖਾਨਦਾਨੀ ਕੰਮ ਹੈ ਸਰ ਜੀ। ਅੱਛਾ, ਕਿੰਨੇ ਸਾਲ ਹੋ ਗਏ ਨੇ ਤੁਹਾਨੂੰ? ਮੈਨੂੰ 1.5-2 ਸਾਲ ਹੋ ਗਏ ਕੰਮ ਕਰਦੇ। 1.5-2 ਸਾਲ ਹੋ ਗਏ ਨੇ। ਕੀ ਸੂਰਤ ਹਾਲ ਹੈ ਕੰਮ ਦੀ? ਸ਼ੁਕਰ ਹੈ ਮਾਲਕ ਦੀ ਜ਼ਿਆਦਾ, ਜਿੰਨਾ ਘਰੋਂ ਕਹਿ ਕੇ ਨਿਕਲਦੇ ਉਹਨਾਂ ਕਰਕੇ ਜਾਂਦੇ। ਚਲੋ, ਕਮਾਇਆ ਜਾਂਦਾ ਹੈ ਉਹਨਾਂ? ਸ਼ੁਕਰ ਹੈ ਮਾਲਕ। ਕਿੰਨੇ ਭੈਣ ਭਾਈ ਹੋ? ਅਸੀਂ 3 ਭੈਣ ਭਰਾ ਹਾਂ। ਬਾਕੀ ਛੋਟੇ ਨੇ ਤੁਹਾਡੇ ਤੋਂ? ਹਾਂਜੀ, ਇੱਕ ਸਿਸਟਰ ਵੱਡੀ। ਅੱਛਾ, ਵਾਲੇ ਸਭ ਕੀ ਕਰਦੇ ਨੇ? ਉਹ ਵੀ ਐਨਕਾਂ। ਅੱਛਾ, ਉਹ ਕਿਹੜੇ ਬਾਜ਼ਾਰ ਹੁੰਦੇ ਨੇ? ਇੱਥੇ ਨਹੀਂ ਹੁੰਦੇ, ਉਹ ਮੋਟਰਵੇ ਹੁੰਦੇ। ਉਹਨਾਂ ਨੂੰ ਕਹਿੰਦੇ ਜੇ ਮੈਂ ਤੁਹਾਡੇ ਨਾਲ ਜ਼ਿਆਦਾ ਕਮਾਈ ਕਰਕੇ ਆਇਆ ਅੱਜ? ਨਹੀਂ, ਅਸੀਂ ਨਹੀਂ ਕਹਿੰਦੇ। ਉਹ 7-8 ਮੁਲਕ ਘੁੰਮਣ ਵਾਲੇ, ਅਸੀਂ ਕਿਤੇ ਉਹਦੇ ਨਾਲ ਮੁਕਾਬਲਾ ਕਰ ਸਕਦੇ। 7-8 ਮੁਲਕ ਘੁੰਮੇ ਹੋਏ ਨੇ? ਹਾਂਜੀ, ਸਊਦੀਆ, ਈਰਾਨ, ਕਤਰ, ਬਰੀਨਾਰ ਮੁਲਕ ਘੁੰਮੇ। ਵਾਹ ਵਾਹ ਵਾਹ, ਤੂੰ ਵੀ ਜਾਣਾ ਫਿਰ? ਜਾਵਾਂਗੇ ਇਨਸ਼ਾਅੱਲਾ, ਵੱਡੇ ਹੋ ਗਏ ਸ਼ਨਾਖਤੀ ਕਾਰਡ ਬਣਾਵਾਂਗੇ, ਫਿਰ ਅਸੀਂ ਵੀ ਜਾਵਾਂਗੇ। ਵਾਹ ਜੀ ਵਾਹ, ਮੁਲਕ ਸਾਰੇ ਮੁਲਕ ਘੁੰਮਣੇ ਨੇ? ਹਾਂਜੀ, ਸਾਰੇ ਫਿਰਨ ਟੁਰਨ ਦਾ ਸ਼ੌਕ ਹੈ? ਚਲੋ, ਅੱਲਾਹ ਪਾਕ ਤੁਹਾਡਾ ਕੰਮ ਬਿਹਤਰ ਕਰੇ ਜੀ। ਹਾਂਜੀ, ਤੁਸੀਂ ਸੁਣਾਓ? ਅਸੀਂ ਵੀ ਪੜ੍ਹੇ ਲਿਖੇ ਹੋ? ਨਹੀਂ। ਅੱਛਾ, ਬਿਲਕੁਲ ਸਕੂਲ ਨਹੀਂ ਗਏ? ਹਾਂਜੀ, ਘਰ ਵਾਲੇ ਕਹਿੰਦੇ ਸਨ ਪੜ੍ਹਨ ਦਾ? ਕਹਿੰਦੇ ਸੀ, ਪਰ ਸਾਡਾ ਆਪ ਦਿਲ ਨਹੀਂ ਸੀ ਕਰਦਾ ਪੜ੍ਹਨ। ਕੀ ਵਜ੍ਹਾ, ਕਿਉਂ ਨਹੀਂ ਦਿਲ ਕੀਤਾ? ਵੈਸੇ ਹੀ ਮਿਹਨਤ ਕਰਨੀ ਹੈ, ਮਿਹਨਤ ਕਰਨ ਆਏ ਆ ਬਾਅਦ ਚੋਂ। ਕਿੰਨੀ ਦੇਰ ਹੋ ਗਈ ਤੁਹਾਨੂੰ ਕੰਮ ਕਰਦੇ? ਮੈਨੂੰ ਤਾਂ ਹਲੇ ਹੋਏ ਨੇ ਕੋਈ 3-4 ਮਹੀਨੇ। ਅੱਛਾ, ਠੀਕ ਚੱਲ ਰਿਹਾ ਕੰਮ? ਸ਼ੁਕਰ ਹੈ। ਕਿੰਨੀ ਕੁ ਕਮਾਈ ਕਰ ਲੈਂਦੇ ਹੋ ਦਿਹਾੜੀ ਦੀ? ਮਾਲਕ ਦਾ ਜਿੰਨਾ ਵੀ ਦੇ ਦੇ, ਲੱਖ ਲੱਖ ਸ਼ੁਕਰ ਹੈ ਮਾਲਕ ਦਾ। ਕਰ ਲੈਂਦੇ 3000-4000 ਇੰਨੇ ਕਿ। ਅੱਛਾ, ਬੱਚਤ ਕੱਢ ਮਰਮਾ ਲੈਂਦੇ ਇਹਨਾਂ ਕੰਮ ਸਲੋ ਹੋ ਗਿਆ। ਬਚਤ ਇੰਨੀ ਕੱਢ ਲੈਂਦੇ ਹੋ? ਨਹੀਂ, ਐਨਕਾਂ ਦੇ ਵਿੱਚ ਪਾ ਕੇ ਬੱਚਤ ਕਰ ਲੈਂਦੇ ਕੋਈ 1000-1500 ਰੁਪਏ। ਮਰਮਾ ਇਹਨਾਂ ਕੰਮ ਸਲੋ ਹੋ ਗਿਆ। ਗੁਜ਼ਾਰਾ ਚੱਲ ਜਾਂਦਾ ਠੀਕ? ਸ਼ੁਕਰ ਹੈ ਮਾਲਕ। ਕੋਈ ਘਰ ਦੇ ਖਰਚਿਆਂ 'ਚ ਵੀ ਪੈਸੇ ਦਿੰਦੇ ਹੋ? ਘਰ ਦੇ ਖਰਚੇ ਹੀ ਦਿੰਦੇ ਆ ਪੈਸੇ ਬਾਅਦ ਚ। ਇਸ ਵਾਰੀ ਬਿੱਲ ਕਿੰਨਾ ਆਇਆ ਸੀ ਘਰ ਦਾ? ਬਿੱਲ ਤਾਂ ਸਾਨੂੰ ਪਤਾ ਹੀ ਨਹੀਂ, ਬਾਅਦ ਚ ਬਿੱਲ ਉਹਨਾਂ ਨੂੰ ਪਤਾ। ਹਾਂ, ਤੁਸੀਂ ਪੈਸੇ ਦਿੰਦੇ ਹੋ ਬਸ? ਪੈਸੇ ਦਿੰਦੇ। ਘਰ ਰੋਜ਼ ਕਿੰਨੇ ਦੇਣਾ? ਘਰ 1000 ਵੀ ਦੇ ਦਿੰਦੇ ਆ ਕਦੀ ਕਦੀ। ਔਰ ਜਿੰਨਾ ਕੰਮ ਹੋਏ ਸਾਰੇ ਘਰ ਬਸ 300-400 ਆਪ ਰੱਖ ਲੈ। 300-400 ਚ ਕੀ ਕਰਦਾ? ਕੀ ਹੈ 300-400? ਖਾਣੇ ਪੀਣੇ ਆ, ਫਿਰ ਸਵੇਰ ਦੀ ਮਿਹਨਤ, ਰਾਤ ਨੂੰ ਖਾਣੇ ਪੀਣੇ ਆ ਪੈਸੇ। ਅੱਛਾ, ਕੀ ਖਾਂਦਾ ਪੀਂਦਾ? ਪਾਪੜ ਸ਼ਾਪਰ, ਬੋਤਲ ਸ਼ੋਤਲ। ਚਲੋ ਠੀਕ ਹੋ ਗਏ। ਹਾਂਜੀ, ਤੁਸੀਂ ਸੁਣਾਓ, ਤੁਸੀਂ ਕਿਦੋਂ ਤੋਂ ਕੰਮ ਕਰ ਰਹੇ ਹੋ? शुक्र है अल्हम्दुलिल्लाह, मैं तो भाई 2008 से काम कर रहा हूँ। ਅੱਛਾ, 2008 ਤੋਂ? जी। ਕਿੰਨਾ ਕੁ ਫਰਕ ਆਇਆ ਤੁਹਾਡਾ ਇਹਨਾਂ ਸਾਲਾਂ 'ਚ? ਕੰਮ ਮੁਸ਼ਕਲ ਹੋਇਆ ਜਾਂ ਠੀਕ ਹੈ? सर शुक्र है अल्हम्दुलिल्लाह सर, अल्लाह ताला रोज़ी जो दे देता है ना, वो बहुत बड़ी बात है। वाह वाह, बिल्कुल सही गल है। हर हाल 'ਚ शुक्र ही है। बेशक, निज़ाम मालिक चला रहा है ना, ये भी बहुत है सर। काम है, हवाई रोज़ी है, कभी नहीं है, गुजारा करना पड़ता है। लेकिन जब काम पे नीयत पे आओगे, लेके जाओगे। हाँ जी भाईजान, बाजार फिर रहे हो कि काम करते हो इत्थे या कुछ खरीदन आए सी? ਸਰ ਖਰੀਦਣ ਆਏ ਸਾਂ, ਮਜ਼ਦੂਰ ਬੰਦੇ ਆ, ਮਜ਼ਦੂਰੀ ਕਰਨੇ ਆ ਤੇ ਇਹ ਹੋ ਗਈ ਸੀ ਮਜਲਿਸ, ਉਹਦੇ ਮੁਤਾਬਕ ਯਾਨੀ ਕਿ ਕੋਈ ਬੱਚਿਆਂ ਦੇ ਲੈਣ ਆਏ ਸਾਂ। ਲੇਕਿਨ ਮੇਰੀ ਅਫੋਰਡ ਤੋਂ ਬਾਹਰ ਹੈ। ਚੀਜ਼ਾਂ ਇੰਨੀਆਂ ਮਹਿੰਗੀਆਂ ਹੋ ਗਈਆਂ, ਇੰਨੀਆਂ ਮਹਿੰਗੀਆਂ ਚੀਜ਼ਾਂ ਨੇ ਤੇ टीवी पे मैं हर रोज़ देख रहा हूँ कि हम गरीब अवाम के लिए बहुत कुछ कर रहे हैं। मैं मरीम नवाज जो कह रही कि अवाम के लिए हम खुशहाली पैदा कर रहे हैं। शहबाज शरीफ साहब ऐलान कर रहे हैं कि जी मैं गरीब के साथ हूँ, एक रोटी के 4 टुकड़े किए जाएँ, वो सारे मिल के खाएँ। सब झूठ है। मैं जैसे आया था खाली हाथ में बस से जा रहा हूँ। मेरी पहुँच से ये मार्केट दूर है, मुझे कोई सहूलत नहीं है, ना रोज़गार है, ना ऊपर से जो पे इन्होंने बताई है कि उजरत 40,000 है, मुझे 25,000 मिल रही है। फैक्ट्री में अगर ये बातें करते हैं कि भाई गवर्नमेंट ने 40,000 उजरत रखी है, वो कह रहे हैं वो गेट खोला है, आप बाहर जाएँ। तो फैक्ट्री से काम करते? हाँ जी। तो बात ये है कि कोई सुनाई नहीं, कोई कुछ नहीं। जो ऐलान होते हैं, जो वादे होते हैं, वो टीवी की हद तक, बात जो है वो हमें पता है एक वक्त की मिलती है, एक नहीं मिलती। बिल मेरा एक पंखा है, एक ट्यूबलाइट है और मोटर है, और बिल मेरा कम से कम ना यानी कि 1700 रुपया आना चाहिए। तो अब जो 17,000 रुपया आया इस महीने। अब बताएं कि मैं बिल करूं, मेरा ज़हन इस वक्त काम नहीं कर रहा कि मैं लेने के आया हूं और बिल दिमाग में घूम रहा है, राशन घूम रहा है। यूनिट कितने थे आपने चेक किए हैं? यूनिट मेरा ख्याल है कोई है तक 80-90 यूनिट, 80 हैं, 80 यूनिट, 85 यूनिट्स हैं। अब आपने उन्हें दिखाया नहीं कि 17,000? मैंने उनको बताया, वो कह रहे हैं ऊपर बात करें, दफ्तर बात करें। जब दफ्तर में जाते हैं उधर को सुनता नहीं है, आपको ये करना पड़ेगा, लाओ ये आपको करना पड़ेगा पैसा, नहीं वरना मीटर काट देंगे। तो ये सिर्फ नारों की हद तक नून लीग ने। अच्छा, मुझे ये बताएं, 25,000 रुपये आपकी तनख्वाह है? हाँ जी। बच्चे आपके 12 घंटे काम? 12 घंटे काम? हाँ जी, 8 से 8 तक। ठीक है।
और 17,000 रुपये आपका इस महीने बिल आ गया, ऐसे ही। बच्चे स्कूल भी जाते ऐसे ही होंगे, है। घर के खर्चे भी हैं, ऐसे तो ही। कैसे मैनेज करेंगे? बस कि आप जैसे बाइसिकल ले लेते हैं 5,000 2,000 4,000 ऐसे मांग तांग के गुजारा करता हूँ मैं। हुकूमत तो कह रही बजट आ गया जी, उन खुशहाल हो जाएगी। इस बजट में भी गरीब का खून निचोड़ा गया, ठीक है, और कोई रिलीफ नहीं है। 25 लाख कमाने वाले को तेल फ्री, बत्ती फ्री, मुलाजम फ्री, और 25,000 कमाने वाले को उसके ऊपर 50,000 टैक्स। ये कहाँ का इंसाफ है? खुद लें 11 अरब के जहाज़ और हमें दें भूख, फाका कशी और प्यास। खुद अयाशियाँ करें और हम इधर भूखे मर रहे हैं वहाँ, और बाहर नारे लगा रहे हैं ये पाकिस्तान के अवाम खुशहाल है। ये एक दिन ज़रा मजदूरी करके तो दिखाए, नवाज शरीफ, शहबाज शरीफ, मरियम नवाज हमारे साथ मजदूरी करके तो दिखाएं। इनको पता चले कि मजदूरी कहते किसे हैं। अपने लिए करोड़ों की शादियाँ, बेटों के लिए किसका दिल नहीं करता आपके अपने बच्चों की शादियाँ करें? और तुम गरीबों का भी तो एहसास करो, तो हमें भी तो रिलीफ दो कि यार गरीब कहाँ से खाएगा, कहाँ से शादियाँ करेगा, कहाँ से वो इतना अफोर्ड करेगा? फैक्ट्रियों से जाके तुम पता तो करो कि तनख्वाह क्या देते हो, तुम उजरत क्या देते हो मजदूर को। बिल घर घर में तो बिल आ जाते हैं, सब कुछ आ जाते हैं, लेकिन फैक्ट्रियों में जाके तुम ये नहीं पूछ सकते कि भाई कितनी उजरत चल रही है, बिल्कुल गरीब को क्या दे रहे हो। तो वैसे तुम कहते हो कि हम आवाम के साथ हैं, आवाम हमारे साथ है, प्यार करती है, ये है वो है। मेरे घर आए देखें क्या हाल है। तो अगर मैं इधर से कमा रहा हूँ और जैसे मैनेज कर रहा हूँ, ये मुझे पता है, ये खुदा को पता है। अगर ये मुझे ना कुछ मिला या मेरा ना पूरी हुई, तो फिर मैं हार के मैं क्या करूँगा? फिर आवाज़ उठाऊँगा, मैं कोई काम ऐसा करूँगा, फिर मुझे ये बना देंगे दहशतगर्द, ये डाकू है, ये चोर है, ये रिकॉर्ड याफ्ता है, ये वो है, ये वैसे है, ये वैसे। सच कड़वा होता है, बिल्कुल सही, हर बंदा सुन नहीं सकता, ये बात है। ठीक हो गया। अच्छा नाज़रीन, ਤੁਸੀਂ ਦੇਖ ਰਹੇ ਹੋ ਕਿ ਇਹਨਾਂ ਦੀ 25,000 ਰੁਪਇਆ ਤਨਖਾਹ ਹੈ ਔਰ ਇਹ 12 ਘੰਟੇ ਕੰਮ ਕਰਦੇ ਨੇ। ਇਹਨਾਂ ਦਾ ਬਿਜਲੀ ਦਾ ਬਿੱਲ 17,000 ਰੁਪਇਆ ਆਇਆ ਹੈ, ਜੋ ਕਿ ਘਟਾ ਵੀ ਨਹੀਂ ਰਹੇ, ਔਰ ਤਕਰੀਬਨ 80-90 ਯੂਨਿਟ ਉਹਨਾਂ ਨੇ ਜਲਾਏ ਨੇ। ਔਰ ਅਗਲੀ ਗੱਲ, ਉਹਨਾਂ ਨੇ ਇਸ 25,000 'ਚ ਆਪਣਾ ਪੂਰਾ ਮਹੀਨੇ ਦਾ ਸਰਕਟ ਚਲਾਉਣਾ ਸੀ। ਆਪਣੇ ਬੱਚੇ ਜਿਹੜੇ ਛੋਟੇ-ਛੋਟੇ ਤਾਲੀਮ ਹਾਸਲ ਕਰਦੇ ਨੇ, ਉਹਨਾਂ ਦਾ ਵੀ ਖਰਚਾ ਹੈ, ਕਾਰ ਦੇ ਵੀ ਖਰਚੇ ਨੇ, ਫਿਰ ਉੱਤੋਂ ਇਹ ਬਿਜਲੀ ਦਾ ਬਿੱਲ ਹੈ। ਤੇ ਦੂਸਰੀ ਗੱਲ, ਇਹ ਜਿਹੜੇ ਹਕੂਮਤੀ ਲੋਕ ਨੇ, ਇਹਨਾਂ ਨੂੰ ਕਮ ਅਜ਼ ਕਮ ਫੈਕਟਰੀਆਂ ਦਾ ਵੀ ਚੱਕਰ ਲਗਾਉਣਾ ਚਾਹੀਦਾ ਔਰ ਦੇਖਣਾ ਚਾਹੀਦਾ ਕਿ ਅਗਰ ਤੁਸੀਂ 40,000 ਰੁਪਏ ਮੁਕਰਰ ਕਰ ਰਹੇ ਹੋ ਜਾਂ ਜਿੰਨੇ ਵੀ ਪੈਸੇ ਮੁਕਰਰ ਕਰ ਰਹੇ ਹੋ, ਹਰ ਬੰਦੇ ਨੂੰ ਓਨੀ ਉਜਰਤ ਮਿਲੇ। ਫੈਕਟਰੀਆਂ 'ਚ ਐਸੇ ਲੋਕ ਨੇ ਜਿਹੜੇ 12,000 15,000 ਉਹ 25,000 ਵੀ ਅੱਜ ਕੱਲ੍ਹ ਦੇ ਦੌਰ 'ਚ ਕੋਈ ਕਮਾਈ ਨਹੀਂ ਹੈ। ਇਹਨਾਂ ਨੂੰ ਚਾਹੀਦਾ ਹੈ ਕਿ ਐਸੇ ਲੋਕਾਂ ਵਾਸਤੇ ਵੀ ਕੋਈ ਅਮਲੀ ਇਕਦਾਮਤ ਕਰਨ। ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ, ਦੁਬਾਰਾ ਹਾਜ਼ਰ ਹੋਵਾਂਗੇ। ਸੁਣਾਓ, ਅੱਜ ਕੱਲ੍ਹ ਜੋ ਹਾਲਾਤ ਚੱਲ ਰਹੇ ਨੇ ਮਹਿੰਗਾਈ ਦੇ, ਤੁਸੀਂ ਵੀ ਮੁਤਾਸਰ ਹੋਏ ਇਹਦੇ ਤੋਂ? ਬਿਲਕੁਲ ਸਹੀ। ਅਸਾਂ ਸਟੂਡੈਂਟ ਹੈ, ਸਟੂਡੈਂਟ ਤੋਂ ਜ਼ਿਆਦਾ ਹੀ ਮੁਤਾਸਰ ਹੁੰਦੇ ਨਾ ਮਹਿੰਗਾਈ ਤੋਂ ਜ਼ਿਆਦਾ ਮਹਿੰਗਾਈ ਹੈ। ਸਟੂਡੈਂਟ ਤਾਂ ਵੈਸੇ ਕਿਸੇ ਤੋਂ ਵੀ ਮੁਤਾਸਰ ਹੋ ਜਾਂਦੇ ਨੇ, ਫਿਰ ਮਹਿੰਗਾਈ ਹੈ। ਮਹਿੰਗਾਈ ਨੇ ਨਾ ਉਹ ਕੀਤਾ ਹੋਇਆ ਨਾ ਸਾਰਾ। ਕਿਆ ਹੁੰਦਾ ਸਟੂਡੈਂਟ ਬੰਦਾ ਕਿੱਥੋਂ ਕਿਆ ਪੂਰਾ ਕਰੇ ਨਾ। ਹੁਣ ਜਿਵੇਂ ਤੁਸੀਂ ਇੱਥੇ ਰਹਿ ਵੀ ਹੋਸਟਲ ਰਹੇ ਹੋ? ਹਾਂ ਸਰ, ਇੱਥੇ ਹੋਸਟਲ ਰਹਿੰਦੇ ਜੋ ਆਸਤੇ ਸਟੂਡੈਂਟ। ਅੱਛਾ, ਹੋਸਟਲ ਦਾ ਰੈਂਟ ਕਿੰਨਾ ਹੋ ਗਿਆ? ਨਹੀਂ, ਹੋਸਟਲ ਦਾ ਰੈਂਟ ਜਿਹੜਾ ਹੈ ਉਹ ਥੋੜਾ ਵਧਾਇਆ ਵੈਸੇ, ਮਤਲਬ ਸਾਡੀ ਗਵਰਨਮੈਂਟ ਯੂਨੀਵਰਸਿਟੀ ਹੈ, ਉਹਨਾਂ ਵੀ ਇਸ ਹਿਸਾਬ ਨਾਲ ਵਧਾ ਦਿੱਤਾ ਹੈ ਨਾ। ਜਿਵੇਂ ਹੁਣ ਜਨਰੇਟਰ ਚੱਲਦਾ ਹੈ, ਉਹਦੇ ਹੁਣ ਚਾਰजेस ਹੋ ਸਨ ਸਾਰੇ। ਜਿਵੇਂ ਹੁਣ ਪੈਟਰੋਲ ਮਹਿੰਗਾ ਹੋਇਆ, ਉਹਦੇ ਨਾਲ ਹੋਸਟਲ ਦੇ ਚਾਰजेस ਵੀ ਵਧ ਗਏ। ਠੀਕ ਹੈ। ਪੜ੍ਹ ਕੀ ਰਹੇ ਹੋ, ਕਿਹੜੀ ਡਿਗਰੀ? ਮੈਂ ਡਾਕਟਰ ਆਫ ਫਾਰਮੇਸੀ ਕਰਨ ਲੱਗਾ। ਵਾਹ ਜੀ ਵਾਹ, ਡਾਕਟਰ ਬਣ ਰਹੇ ਹੋ ਫਿਰ ਇਨਸ਼ਾਅੱਲਾ। ਅੱਛਾ, ਫਾਰਮੇਸੀ ਦੀ ਪੜ੍ਹਾਈ ਤਾਂ MBBS ਜਿੰਨੀ ਔਖੀ ਹੈ, ਲੇਕਿਨ ਉਹ ਡਾਕਟਰ ਨਹੀਂ ਤੁਹਾਨੂੰ ਨਾਲ ਲਾਣ ਦੇਣੇ ਚਾਹ ਰਹੇ, ਇਹ ਕੀ ਵਜ੍ਹਾ ਹੈ? ਦੇਖੋ ਨਾ, ਕੋਈ ਮੰਨੇ ਜਾਂ ਨਾ ਮੰਨੇ ਨਾ, ਹੁਣ ਜ਼ਰੂਰੀ ਨਹੀਂ ਕਿ ਮੈਂ ਡਾਕਟਰ ਸਰਵਾਵਾਂ ਤੇ ਕੰਮ ਕਰੇ ਸਾਂ ਨਾ। ਅਗਰ ਮੈਂ ਡਾਕਟਰ ਨਾ ਵੀ ਸਰੇ ਨਾ ਸੋਸਾਇਟੀ, ਜ਼ਰੂਰੀ ਨਹੀਂ ਕਿ ਮੇਰੇ ਨਾਲ ਟੈਗ ਹੋਵੇ ਡਾਕਟਰ ਦਾ। ਡਾਕਟਰ ਨਾ ਵੀ ਸਰੇ ਸੀ, ਮੇਰਾ ਜਿਹੜਾ ਕੰਮ ਹੈ ਮੈਂ ਉਹ ਕਰੇ ਸਾਂ, ਪਰ ਮੇਰੇ ਕੋਲ ਉਹਦੇ ਵਿੱਚ ਕੋਈ ਉਹ। ਲੇਕਿਨ ਇੱਕ ਕੰਮ ਅੱਛਾ ਕੀਤਾ ਨੇ ਕਿ ਫਾਰਮਾਸਿਸਟ ਤੋਂ ਬਗੈਰ ਦਵਾਈ ਨਹੀਂ ਲਿਖ ਸਕਦੇ ਡਾਕਟਰ। ਹਾਂ, ਇਹ ਤਾਂ ਜ਼ਰੂਰੀ ਹੈ ਨਾ, ਇਹ ਇੱਕ ਸਟੈਪ ਜ਼ਰੂਰੀ ਹੈ। ਡਾਕਟਰ ਤਾਂ ਸਿਰਫ ਲਿਖਦੇ ਰਹਿੰਦੇ ਇਹ ਦਵਾਈ ਦਾ, ਕੋਈ ਫਾਰਮਾਸਿਸਟ ਵੀ ਸਾਹਮਣਾ ਹੁੰਦਾ ਨਾ ਕਿ ਉਹਦਾ ਮਤਲਬ ਉਹਦਾ ਮਸਲਾ ਕੀ ਹੁੰਦਾ। ਅਗਰ ਦੋ ਦਵਾਈਆਂ ਇਕੱਠੀਆਂ ਗਿਣੋ ਜਿਹੜਾ ਨਹੀਂ ਗਿਣਨਾ ਚਾਹੀਦਾ, ਇੰਟਰੈਕਸ਼ਨ ਹੁੰਦੇ ਨਾ, ਉਹ ਤਾਂ ਫਾਰਮਾਸਿਸਟ ਵੀ ਸਾਹਮਣਾ ਚਾਹੀਦਾ ਨਾ, ਤਾਂ ਉਹ ਤਾਂ ਜ਼ਰੂਰੀ ਹੈ। ਅੱਛਾ, ਪਾਕਿਸਤਾਨ 'ਚ ਵੈਸੇ ਤਾਂ ਮੈਡੀਕਲ ਦਾ ਪੜ੍ਹਾਈ ਤਾਂ ਮਾਸ਼ਾਅੱਲਾ ਬਹੁਤ ਅੱਛੀ ਹੈ, ਨਹੀਂ ਕੋਈ ਸ਼ੱਕ ਨਹੀਂ,
ਜਿਹੜਾ ਇਹ ਮੈਡੀਸਨ ਵਗੈਰਾ ਪਾਕਿਸਤਾਨ 'ਚ ਤਿਆਰ ਹੋ ਰਹੀ ਹੈ, ਇਹਦਾ ਦੱਸੋ ਇਹ ਕਿੱਡੀ ਅੱਛੀ ਮੈਡੀਸਨ ਪਾਕਿस्तान 'ਚ बनती है वैसे? नहीं बिल्कुल पाकिस्तान में अच्छी कंपनीज हैं पे मल्टी नेशनल कंपनीज हैं पे देखो अच्छी बड़ी देते लेकिन ये कि जितना अच्छी चीज़ होती है ना तो 2 नंबर तक जरूर होती है ना हर लिहाज ना जी मेडिसन सबको अच्छी कंपनी नहीं मिलती वो लोकल कंपनी में सबको मिलती और 100 रुपये की एक टैबलेट मिल सी ना 20 रुपये की भी मिल सी ये तो वाला कंपनी पर डिपेंड करेगा ना कि क्या सी लेकिन ये है कि होती एक चीज़ है वो वाला 20 वाली भी 40 ਦੀ ਵੀ ਚੇਂਜ ਆ ਇਹ ਤਾਂ ਵਾਲਾ ਸਾਰਾ ਮੁਆਸ਼ਰਾ ਹੈ। ਅੱਛਾ ਤੁਹਾਡੀ ਜਿਹੜੀ ਪੜ੍ਹਾਈ ਹੈ ਕੋਈ ਤੁਹਾਡੀ ਜਿਹੜੇ ਅਖਰਾਜਾਤ ਨੇ ਇਹ ਵੀ ਵਧੇ ਨੇ ਯੂਨੀਵਰਸਿਟੀ ਵੀ ਵਧਾਏ ਨੇ ਪੈਸੇ? ਹਾਂ ਬਿਲਕੁਲ ਸਾਰੀ ਪਹਿਲੇ 37000 ਹੈ ਹੁਣ 46000 ਫੀਸ ਹੈ ਜਿਵੇਂ ਮਹਿੰਗਾਈ ਵਧਦੀ ਪੈਂਦੀ ਹੈ ਤਾਂ ਸਾਬਦਾਰ ਗਵਰਨਮੈਂਟ ਯੂਨੀਵਰਸਿਟੀ ਲੇਕਿਨ ਵੱਲ ਵੀ ਵਧਦੀ ਪੈਂਦੀ ਹੈ। ਅੱਛਾ ਤੁਸੀਂ ਕਿਹੜੇ ਇਲਾਕੇ ਤੋਂ ਪਿੱਛੇ? ਮੈਂ ਬੇਸਿਕਲੀ ਲੋਧਰਾਂ ਤੋਂ। ਲਾਹੌਰ ਕਿਹਦਾ ਲੱਗਿਆ? ਲਾਹੌਰ ਤੇ ਲੋਵਰ ਹੈ। ਜਿਹੜੇ ਲਾਹੌਰ ਸਟੂਡੈਂਟ ਆਉਂਦੇ ਨੇ ਹਮੇਸ਼ਾ ਲਾਹੌਰ ਹੀ ਕਿਉਂ ਰਹਿ ਜਾਂਦੇ ਨੇ ਫਿਰ ਵਾਪਸ ਨਹੀਂ ਜਾਂਦੇ? ਲਾਹੌਰ ਦੀ ਇਹ ਤਾਂ ਖਾਸੀਅਤ ਹੈ ਨਾ ਕੋਈ ਬੰਦੇ ਕੋ ਵਾਪਸ ਨਹੀਂ ਵਜਣਾ ਦਿੰਦਾ। ਅੱਛਾ ਜਿਹੜਾ ਉੱਥੋਂ ਉੱਠਦਾ ਹੈ ਲਾਹੌਰ ਆ ਕੇ ਸਾਫਦਾਰ ਚੱਸ ਸਾਹਮਣੇ ਔਰ ਚੱਸ ਕੋ ਕੌਣ ਛੋੜ ਦੇ ਵਜਣਾ ਚਾਹੁੰਦਾ? ਹਾਂਜੀ ਭਾਈ ਜਾਨ ਬਜਟ ਆ ਗਿਆ ਪੰਜਾਬ ਦਾ ਤੁਹਾਨੂੰ ਕੀ ਲੱਗਦਾ ਬਜਟ ਅਵਾਮੀ ਸੀ ਕੋਈ ਹਾਲਾਤ ਬਿਹਤਰ ਹੋਣਗੇ? ਭਾਈ ਨਾ ਅਵਾਮੀ ਕਿੱਥੇ ਹੈਗਾ ਸੀ ਬਜਟ ਵਾਸਤੇ ਗਰੀਬ ਵਾਸਤੇ ਕੁਛ ਨਾ ਕੀਤਾ ਹੀ ਨਹੀਂ ਹੈਗਾ। ਬਜਟ ਸਿਰਫ ਅਮੀਰਾਂ ਵਾਸਤੇ ਹੈਗਾ ਵੀ ਉਹਨਾਂ ਦੀਆਂ ਤਨਖਾਹਾਂ ਵਧੀਆਂ ਨੇ ਪੈਨਸ਼ਨਾਂ ਵਧੀਆਂ ਨੇ ਗਰੀਬ ਬੰਦੇ ਵਾਸਤੇ ਕੀ ਬਜਟ ਹੈਗਾ ਦੱਸੋ? ਕੋਈ ਸ਼ਾਇਦ ਸਸਤੀ ਕੀਤੀ ਹੋਏ ਇਹਨਾਂ ਨੇ ਘਿਓ ਆਟਾ ਠੀਕ ਹੈ ਦਾਲਾਂ ਨੇ ਜੋ ਗਰੀਬ ਬੰਦੇ ਵਾਸਤੇ ਚੀਜ਼ਾਂ ਹੈਗੀਆਂ ਨੇ ਕੁਛ ਵੀ ਸਸਤਾ ਨਹੀਂ ਕੀਤਾ ਸਿਰਫ ਅਮੀਰ ਬੰਦੇ ਨੂੰ ਰਿਲੀਫ ਮਿਲਿਆ ਇਸ ਚੀਜ਼ ਦਾ। ਆਮ ਬੰਦੇ ਨੂੰ ਕੋਈ ਰਿਲੀਫ ਨਹੀਂ? ਆਮ ਬੰਦੇ ਨੂੰ ਕੁਛ ਵੀ ਨਹੀਂ ਲੱਭਿਆ। ਹਾਂਜੀ ਤੁਸੀਂ ਸੁਣਾਓ ਅੱਜ ਕੱਲ ਅੱਛਾ ਸੋਸ਼ਲ ਮੀਡੀਆ ਤੇ ਹਾਲੀ ਚੱਲ ਰਹੀ ਹੈ ਗੱਲ ਪਰ ਸ਼ਾਇਦ ਇਹ ਲਾਗੂ ਵੀ ਹੋ ਜਾਏ ਕਿ ਫੀ ਦੁਕਾਨ 25000 ਟੈਕਸ ਲੱਗਣਾ ਸਾਲ ਦਾ। ਹਾਂਜੀ ਹਾਂਜੀ ਉਹ ਤਾਂ ਲਾ ਤਾਂ ਉਹਨਾਂ ਨੇ ਕਹਿਤਾ ਭਾਜੀ ਹਾਂ ਉਹ ਲੱਗ ਗਿਆ ਸਮਝੋ ਜੋ ਕਹਿਤਾ ਲੱਗ ਗਿਆ ਜੋ ਕਹਿਤਾ ਲੱਗ ਗਿਆ ਹਾਂ ਹੋ ਕੀ ਗਿਆ। ਸਮਝਦੇ ਹੋ ਮੁਸ਼ਕਲ ਹੋ ਜਾਏਗਾ ਨਾ ਕੰਮ ਅਗਰ ਉਹ ਵੀ ਟੈਕਸ ਲੱਗ ਗਿਆ ਤੇ? ਭਾਵੇਂ ਨੂੰ ਮੁਸ਼ਕਲ ਤੋਂ ਮੁਸ਼ਕਲ ਹੀ ਹੁੰਦਾ ਜਾ ਰਿਹਾ ਕੰਮ ਕੋਈ ਰਿਲੀਫ ਨਹੀਂ ਮਿਲਦਾ ਪਿਆ ਗਰੀਬ ਬੰਦੇ ਨੂੰ ਠੀਕ ਹੈ ਹਰ ਬੰਦਾ ਪਰੇਸ਼ਾਨ ਤੋਂ ਪਰੇਸ਼ਾਨ ਹੋਈ ਜਾ ਰਿਹਾ। ਹਾਂਜੀ ਸਰ ਪੰਜਾਬ ਦਾ ਬਜਟ ਆ ਗਿਆ ਉਹ ਕਹਿ ਰਹੇ ਨੇ ਬੜਾ ਹੀ ਅਵਾਮੀ ਬਜਟ ਆ ਗਿਆ ਕੀ ਸਮਝਦੇ ਹੋ ਕੋਈ ਆਵਾਮ ਨੂੰ ਫਾਇਦਾ ਹੋਏਗਾ? ਮੈਨੂੰ ਤੇ ਇੰਨੇ ਸਾਲਾਂ ਤੋਂ ਮੈਂ ਬਜਟ ਸੁਣਦਾ ਆ ਰਿਹਾ ਮਾਸ਼ਾਅੱਲਾ ਬਜਟ ਤੇ ਉਹ ਦਿੰਦੇ ਨੇ ਕਿ ਜਿਹੜਾ ਤਾਲੀਮ ਦਾ ਬਜਟ ਕਿੱਥੇ ਹੈਗਾ ਦੱਸੋ ਮੈਨੂੰ ਤਾਲੀਮ ਦਾ ਕਿੱਥੇ ਹੈਗਾ ਬਜਟ ਐਨਾ ਜਿੰਨਾ ਤਾਲੀਮ ਨੂੰ ਤੇ ਉਹਨੂੰ ਐਨਾ ਵਾਲਾ ਉਹਨੂੰ ਸਮਝ ਗਏ ਨਾ ਬਸ ਬਾਕੀ ਮਾਮਲਾ तो उसे तरह ही है लॉलीपॉप ले बेटा लॉलीपॉप खा वो बच्चा कहा पापा नहीं मैं वो फलानी चीज़ लेनी बेटा लॉलीपॉप खाओ मैं तुम्हें ले देता हूँ हमें लॉलीपॉप बजट लॉलीपॉप ही लॉलीपॉप ताड़ी अल्लाह खैर करे लेकिन खट्टा है जरा खट्टा खट्टे नालों भी खट्टा एक तो होंगे ना अहसास रख के बजट नूं पेश करना कि यार वो किहड़े लोग ने जिहड़े इस वेले अपनी जिंदगी किस तरह गुजार रहे हैं किस तरह की जिंदगी उन्होंने दी है कोई किलो मैं अपनी अखां नाल देखदा डेली ए किलो आटा दें ए पा दाल दें छोटा भकी का पैकेट दें वो कौन लोग ने लैंडलॉर्ड ने नहीं मजदूर तकबा मजदूर आदमी जिहड़ा दिहाड़ीदार आदमी ਉਹਦੇ ਵੱਲ ਧਿਆਨ ਹੀ ਨਹੀਂ ਕਦੀ ਦਿੱਤਾ ਉਹਦੀ ਤਨਖਾਹ ਵੱਲ ਨਹੀਂ ਕਦੀ ਧਿਆਨ ਦਿੱਤਾ ਕਿ ਯਾਰ ਇਹ ਕਿਹੜੀ ਦਿਹਾੜੀ ਲੈਂਦਾ ਓਏ ਮਰ ਗਿਆ ਵਿਚਾਰਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਧੁੱਪੇ ਲੱਗਾ ਹੈ ਝਾੜਾਂ ਵੀ ਖਾ ਰਿਹਾ ਮਾਲਕ ਨੇ ਇੱਟ ਗਲਤ ਲੱਗੀ ਹੋਇਆ ਤੇ ਤੈਨੂੰ ਕੰਮ ਨਹੀਂ ਆਉਂਦਾ ਚੱਲ ਇਹਨੂੰ ਮਿਸਤਰੀ ਨੂੰ ਬਦਲਾਓ ਦੂਸਰਾ ਲਿਆਓ ਹੋ ਗਿਆ ਆਵਾਮ ਦੇ ਬਾਰੇ ਸੋਚੋ ਓਏ ਹੁਕਮਰਾਨੋ ਅੱਲਾਹ ਤਾਲਾ ਤੁਹਾਨੂੰ ਹਦਾਇਤ ਦੇਵੇ ਆਵਾਮ ਦੇ ਬਾਰੇ ਸੋਚੋ ਕਿ ਕਿਸ ਤਰ੍ਹਾਂ ਲੋਕ ਜ਼ਿੰਦਗੀ ਗੁਜ਼ਾਰ ਰਹੇ ਨੇ ਕੀ ਮਾਮਲਾਤ ਨੇ ਇੰਨੀਆਂ ਤਨਖਾਹਾਂ ਵਧਾਉਣ ਨਾਲ ਮਸਲੇ ਹੱਲ ਨਹੀਂ ਹੋਣਗੇ 60000 ਕੋਈ 60000 ਲੈ ਰਿਹਾ ਉਹ ਵੀ ਵਿਚਾਰਾ ਪਸਮਾ ਪੁਰਸੀ ਦੀ ਹਾਲਤ 'ਚ ਜ਼ਿੰਦਗੀ ਗੁਜ਼ਾਰ ਰਿਹਾ ਬੱਚਿਆਂ ਦੀਆਂ ਫੀਸਾਂ ਘਰ ਦੇ ਬਿੱਲ ਨਹੀਂ ਮਾਣ ਹੈਗੇ ਬਿੱਲ ਆ ਗਿਆ ਗੈਸ ਦਾ ਬਿੱਲ ਪਾਣੀ ਦਾ ਬਿੱਲ ਦੇ ਕੇ ਪੂਰੀ ਜ਼ਿੰਦਗੀ ਉਹਦੀ ਲੱਗ ਜਾਂਦੀ ਹੈ ਬੱਚੀ ਵਿਆਹਣ ਵਾਲੀ ਹੈ ਉਹ ਵਿਚਾਰਾ ਟੈਨਸ਼ਨ 'ਚ ਬੈਠਾ ਹੈ ਕਿ ਯਾਰ ਮੈਂ ਕੀ ਕਰਾਂ 60000 'ਚ ਕੀ ਕਰਾਂ ਮੈਂ ਕਾਰ ਚਲਾਵਾਂ ਬੱਚੀ ਵਿਆਹਾਂ ਪੁੱਤਰ ਵਿਆਹਾਂ ਕੀ ਕਰਾਂ ਉਧਾਰ ਫੜ ਕੇ ਉਹਦੇ ਕੋਲੋਂ ਉਧਾਰ ਫੜ ਉਹਦੇ ਕੋਲੋਂ ਦਰਵਾਜ਼ਾ ਖੜਕਾਇਆ ਜੀ ਤੁਸੀਂ ਇੰਨੇ ਦਿਨ ਹੋ ਗਏ ਨੇ ਸਬਜ਼ੀ ਲੈ ਕੇ ਪੈਸੇ ਨਹੀਂ ਦਿੱਤੇ ਤੁਸੀਂ ਹੁਣ ਮਿਲ ਨਹੀਂ ਗਏ ਹੋ ਬੜੀਆਂ ਮਾਮਲਾਤ ਨੇ ਬੜੇ ਯਾਨੀ ਕਿ ਸਾਹਮਣੇ ਕਰਨੇ ਪੈਂਦੇ ਨੇ ਆਵਾਮ ਨੂੰ ਜਿਹੜੇ ਉਹ ਵਿਚਾਰੇ ਜਿਹੜੇ ਬਿਲਕੁਲ ਥੱਲੇ ਨੇ ਮੇਰੇ ਵਗਰੇ ਇਹ ਵੇਖੋ ਜ਼ਿੰਦਗੀ ਗੁਜ਼ਰ ਗਈ ਹੈ ਵੱਡੀ ਛੋਟੀ ਦੀ ਜੁੱਤੀ ਪਾਈ ਹੈ ਵੱਡੀ ਦੀ ਵੀ ਇਹਦੇ ਨਾਲ ਲੰਘਾ ਲਈ ਹੈ ਕੀ ਕਰੀਏ ਇੱਕ ਹੋਵੇ ਕੰਬਲਾ ਤੇ ਸਮਝਾਵੇ ਵੇੜਾ ਇੱਕ ਹੋਵੇ ਕੰਬਲਾ ਤੇ ਸਮਝਾਵੇ ਵੇੜਾ ਤੇ ਜਿੱਥੇ ਵੇੜਾ ਹੀ ਹੋਵੇ ਕੰਬਲਾ ਤੇ ਸਮਝਾਵੇ ਕਿਹੜਾ ਸਾਡੇ ਇਹ ਮਾਮਲਾਤ ਨੇ
बाजार भाईजान आए हो, कुछ खरीदने आए हो? जी खरीदने आए थे कपड़े, लेकिन महंगाई बहुत ज़्यादा है, कुछ भी नहीं खरीद सकते। हुकूमत ने हर चीज़ का जो रेट है, टैक्स है, वो बढ़ा दिया है। गरीब आदमी है, हम क्या करें। मैं एक गवर्नमेंट टीचर हूँ, मेरी 60,000 रुपये है, किराए के मकान पे रहते हैं, लेकिन फिर भी गुजारा नहीं होता। तो अब मार्केट में देखते हैं हर चीज़ आप महंगी हो रही है, तो हम कुछ नहीं खरीद सकते। अच्छा, वज़ीर तलीम आजकल बड़ा एक्टिव है पंजाब के, को लगता है कि उन्होंने अच्छे काम भी किए हैं? कुछ काम अच्छे किए हैं, लेकिन कुछ काम अच्छे भी नहीं किए उन्होंने। जैसा कि उन्होंने प्राइवेटाइजेशन कर दी है, जितने भी स्कूल हैं सबको प्राइवेट कर रही है, तो इससे जो हमारा गवर्नमेंट सेक्टर है वो तबाह हो रहा है। तो मैं प्राइम मिनिस्टर से और बाकी जितने भी हुकूमत हैं उनके मेंबर से ये रिक्वेस्ट करूँगा कि हमारे जो स्कूल हैं उनको प्राइवेट मत करें, हमें खुद पढ़ाने दें। इंशाल्लाह हम आपको पहले भी अच्छा रिज़ल्ट देते थे, आप भी अच्छा रिज़ल्ट देंगे। और ये कहूँगा कि अपनी तनख्वाहें तो आप लोग 600-700% इंक्रीज़ कर देते हैं, लेकिन जो हम गरीब तबका है, हम कहाँ जाए। अगर हम प्रोटेस्ट करते हैं तो हुकूमत हमारे अगेंस्ट हो जाती है, हमसे लाठीचार्ज हो जाती है। रिसेंटली आपने देखा होगा, जब हम प्रोटेस्ट करने गए तो हम पे लाठीचार्ज किया गया। ये नाइंसाफ़ी है, हम मजबूर हैं, कुछ भी नहीं कर सकते। अच्छा, मुझे ये बताएं कि राना सिकंदर साहब ने कोई अच्छे काम भी किए हैं, को बताएं। जी, ट्रांसफ़र उन्होंने ओपन किए थे, वो अच्छा काम था। आई मीन के ऑल ओवर द डिस्ट्रिक्ट उन्होंने जब ट्रांसफ़र ओपन किए तो बहुत अच्छा लगा, उनका ये काम बहुत अच्छा है। लेकिन इसके अलावा कोई और अच्छा काम? आई थिंक और कुछ एक्टिव तो बड़े नज़र आते हैं। जी, हैं। एक्टिव नज़र आते हैं, बस वो सोशल मीडिया पर एक्टिव नज़र आते हैं। टीचर्स के मसाइल भी सुन रहे हैं? जी, सोशल मीडिया के ऊपर काफ़ी एक्टिव हैं, कोई काम हो तो करते ज़रूर हैं, लेकिन ज़्यादातर उनकी जब उन्होंने प्राइवेटाइजेशन किया है, ये किसी भी हमारे गवर्नमेंट टीचर को पसंद नहीं है। तो मैं ये रिक्वेस्ट करूँगा कि ये काम जल्द से जल्द खत्म होना चाहिए। बिल्कुल। अच्छा नाजरीन, स्कूल प्राइवेट हो रहे ने, सब तो ਜਿਹੜਾ ज़्यादा नुकसान है वो ਇਹ ਵੇ ਕਿ ਜਿਹੜੇ ਲੋਕ ਵਿਚਾਰੇ ਟੀਚਰਸ ਬੜੇ ਸਾਲਾਂ ਤੋਂ ਕੰਮ ਕਰ ਰਹੇ ਸਨ, ਉਹਨਾਂ ਦਾ ਰੋਜ਼ਗਾਰ ਖਰਾਬ ਹੋਇਆ, ਉਹਨਾਂ ਦੀਆਂ ਨੌਕਰੀਆਂ ਖਤਮ ਹੋ ਗਈਆਂ ਨੇ। ਕੁਝ ਇਸ ਹਵਾਲੇ ਨਾਲ ਵੀ ਹਕੂਮਤ ਨੂੰ ਸੋਚਣਾ ਚਾਹੀਦਾ। ਔਰ ਦੂਸਰੀ ਗੱਲ ਜਿਹੜੀ ਅਸੀਂ ਲੋਕਾਂ ਨਾਲ ਗੱਲ ਕਰਨ ਤੋਂ ਬਾਅਦ ਮੈਂ ਗੱਲ ਇਹ ਕਰਨਾ ਚਾਹੁੰਦਾ, ਪੈਰਾ ਫੋਰਸ ਤੁਹਾਡੀ ਐਕਟਿਵ ਹੈ, ਪੁਲਿਸ ਤੁਹਾਡੀ ਐਕਟਿਵ ਹੈ, ਦੀਗਰ ਅਦਾਰੇ ਤੁਹਾਡੇ ਐਕਟਿਵ ਨੇ। कम अज़ कम तुसी ए देखो, तुसी जिन्नी उजरत मुकर्रर करते हो 40,000 है या जिन्नी भी रकम है, वो अगर कोई स्टाल ते काम कर रहा है, कोई फैक्ट्री च बंदा काम कर रहा है या किसी दुकान ते मजदूर काम कर रहा है, उत्थे भी तुसी अपनी टीमां पहुँचाओ। इन्हां लोगों का भी रोज़गार इन्ना होना चाहिए कि अपने महीने का गुजारा कर सकन। 500 ਦੇ ਦਿਹਾੜੀਆਂ लोग कर रहे हैं, महीना 15,000 ਜਾਂ 20,000 ਚ ਉਹ ਆਪਣਾ ਜਿਹੜਾ ਸਰਕਟ ਹੈ ਉਹ ਕਿਵੇਂ ਚਲਾਵਣਗੇ, ਉਹ ਆਪਣੇ ਕਾਰ ਦਾ ਕਿਵੇਂ ਬੰਦੋਬਸਤ ਕਰਨਗੇ। ਹੁਕੂਮਤ ਨੂੰ ਕੁਝ ਇਹਦੇ ਹਵਾਲੇ ਨਾਲ ਵੀ ਸੋਚਣਾ ਚਾਹੀਦਾ। ਮਜ਼ੀਦ ਅਗਰ ਕੁਝ ਲੋਕ ਸਾਨੂੰ ਮਿਲਦੇ ਨੇ ਉਹਨਾਂ ਨਾਲ ਵੀ ਗੱਲ ਕਰਨੇ ਆ, ਆਓ ਸਾਡੇ ਨਾਲ। अच्छा सर, बजट आ गया पंजाब का, वो कहते हैं जी बड़ा ही अवामी बजट दे दी, तार शाही चंगी हो जानी, सस्ती हो जानी। नहीं हुई कोई भी। हाँ जी। पेट्रोल वैसे होना किन्ने दा चाहिए लीटर? सर जी पिछे सारे अल्हम्दुलिल्लाह मैं बाहर भी हुई है, इंग्लैंड में सारा घूम के आया, लेकिन जो यहो जी चीज़ां है वो इत्थे नहीं है। उत्थे सारा सस्ता है, इत्थे सर महंगा। 150 रुपए 200 रुपए तो वध होना ही नहीं चाहिए। 200 ਦਾ ਹੋਣਾ ਚਾਹੀਦਾ। हाँ जी, 200 ਚ ਵੀ ਅਲਹਮਦੁਲਿਲਾ ਇਹਨਾਂ ਨੂੰ ਬੜਾ ਪ੍ਰੋਫਿਟ ਹੈ ਇਹਦੇ ਤੇ ਆਵਾਮ ਪਿੱਛੇ ਨਹੀਂ ਦਈ ਹੈ ਸਾਡੇ ਦੇ ਹਿਸਾਬ ਨਾਲ। ਤੁਸੀਂ ਵੋਟ ਕਿਹਨੂੰ ਦਿੱਤਾ ਸੀ? ਸਰ ਜੀ ਵੋਟ ਅਸੀਂ ਨਵਾਜ਼ ਸ਼ਰੀਫ ਨੂੰ ਸ਼ੁਰੂ ਤੋਂ ਦਿੰਦੇ ਰਹੇ, ਸਿੱਧੀ ਗੱਲ ਹੈ। ਹੁਣ ਨਹੀਂ ਦਿਲ ਕਰਦਾ ਤੇ ਇਹਨੂੰ ਕਿਸੇ ਨੂੰ ਵੀ। ਕੀ ਸਮਝਦੇ ਜੇ ਇਹ ਮੁਸਲਿਮ ਲੀਗ ਦੀ ਹਕੂਮਤ ਹੀ ਹੈ, ਉਹ ਪੁਰਾਣਾ ਦੌਰ ਉਹ ਜਾਂ ਨਹੀਂ ਲਿਆ ਸਕੇ, ਕੀ ਵਜ੍ਹਾ? ਇਹ ਤਾਂ ਸਰ ਜੀ ਹੁਣ ਅਸੀਂ ਪੋਲੀਟਿਕਸ ਤੇ ਅਸੀਂ ਨਹੀਂ ਜਾਣਦੇ ਨਹੀਂ, ਲੇਕਿਨ ਇਹਨਾਂ ਨੂੰ ਚਾਹੀਦਾ ਸੀ ਜਿਸ ਤਰ੍ਹਾਂ ਆਵਾਮ ਇਹਨਾਂ ਨੂੰ ਚਾਹੁੰਦੀ ਸੀ, ਆਵਾਮ ਦੇ ਨਾਲ ਵੀ ਇਹ ਪਿਆਰ ਕਰਦੇ ਤੇ ਅਲਹਮਦੁਲਿਲਾ ਇਹ ਸਦਾ ਤੱਕ ਵੀ ਰਹਿ ਸਕਦੇ। ਮਰੀਮ ਨਵਾਜ਼ ਦੀ ਕਾਰਗਰਦਗੀ ਨੂੰ ਕਿਵੇਂ ਦੇਖਦੇ ਹੋ? ਅਸੀਂ ਉਹਦੀ ਕੀ ਕਾਰਗਰਦਗੀ ਦੇਈਏ, ਸਾਹਮਣੇ ਚੀਜ਼ ਇੱਕ ਸਾਹਮਣੇ ਆਵੇ ਨਾ ਵੀ ਇਹ ਚੀਜ਼ ਹੈ ਵੀ ਇਹ ਮੈਂ ਸਸਤੀ ਕੀਤੀ ਹੈ, ਹਾਂ ਠੀਕ ਹੈ, ਉਹ ਤਾਂ ਨਜ਼ਰ ਆਉਂਦੀ ਹੈ। ਹੁਣ ਮੈਂ ਐਵੇਂ ਕਹੀ ਜਾਵਾਂ ਮੈਂ ਇਹ ਕਰਤਾ ਉਹ ਕਰਤਾ, ਫੋਟੋ ਮੈਂ ਆਪਣੀ ਲਵਾਤਾ, ਇਹ ਇਸ ਤਰ੍ਹਾਂ ਤਾਂ ਨਹੀਂ ਹੁੰਦਾ। ਅਲਹਮਦੁਲਿਲਾ ਅਸੀਂ ਤਾਂ ਦੁਆ ਕਰਨੇ ਅੱਲਾਹ ਤਾਲਾ ਇਹਨਾਂ ਨੂੰ ਹਦਾਇਤ ਦੇਵੇ ਕਿ ਆਵਾਮ ਲਈ ਸੋਚਣ। ਹੁਣ ਤੁਹਾਡੇ ਸਾਹਮਣੇ ਆ ਤਿਆਰਾ ਰਿਹਾ, ਉਹ PIA ਵੇਚ ਕੇ ਉਹ ਤਿਆਰਾ ਲੈ ਲਿਆ, ਸਾਰੀ ਦੁਨੀਆ ਹੀ ਇਹ ਚੀਜ਼ ਕਹਿੰਦੀ ਪਈ ਹੈ, ਪਰੇਸ਼ਾਨ ਹੈ। ਇੱਕ ਬੰਦੇ ਲਈ ਇੰਨਾ ਖਰਚਾ ਤੇ ਆਵਾਮ ਕਿੰਨੀ ਹੈ, 24-25 ਕਰੋੜ ਆਵਾਮ ਹੈ, ਤੇ ਉਹਦਾ ਤੁਸੀਂ ਦੇਖੋ ਕੀ ਕਰਦੇ ਪਏ ਆ। ਅੱਛਾ ਨਾਜ਼ਰੀਨ, ਉਹ ਕਹਿ ਰਹੇ ਨੇ, ਤੁਸੀਂ ਬਾਈ ਦੀ ਗੱਲ ਸੁਣੀ ਹੈ
ਕਿ ਇਹ ਬਾਹਰ ਦੇ ਮੁਲਕ ਵੀ ਰਹੇ ਨੇ, ਬਾਹਰ ਦੇ ਮੁਲਕ ਲੋਕਾਂ ਦੀ ਵੀ ਕਦਰ ਹੈ ਔਰ ਉੱਥੇ ਜਿਹੜੀ ਆਵਾਮ ਕੰਮ ਕਰਦੀ ਹੈ ਉਹਦੀ ਵੀ ਕਦਰ ਹੈ। ਲੇਕਿਨ ਪਾਕਿਸਤਾਨ 'ਚ ਜੋ ਹਾਲਾਤ ਨੇ, ਆਖਿਆ ਕੁਝ ਜਾਂਦਾ ਹੈ, ਬੜੇ ਆંકੜੇ ਦੱਸੇ ਜਾਂਦੇ ਨੇ ਟੀਵੀ ਤੇ, ਬਜਟ ਆ ਗਿਆ, ਆਵਾਮ 'ਚ ਖੁਸ਼ਹਾਲੀ ਹੋ ਗਈ, ਲੇਕਿਨ ਗਰਾਊਂਡ ਰਿਐਲਿਟੀ ਇਹ ਹੈ ਕਿ ਹਰ ਬੰਦਾ ਹੀ ਪਰੇਸ਼ਾਨ ਹੈ ਔਰ ਹੁਕੂਮਤ ਨੂੰ ਚਾਹੀਦਾ ਹੈ ਕਿ ਆਮ ਬੰਦੇ ਵਾਸਤੇ ਕੋਈ ਕੰਮ ਕਰਨ, ਗਰਾਊਂਡ ਤੇ ਕੁਝ ਚੀਜ਼ਾਂ ਨਜ਼ਰ ਆਉਣੀਆਂ ਚਾਹੀਦੀਆਂ ਨੇ, ਐਸੇ ਅਮਲੀ ਇਕਦਾਮਾਤ ਹੋਣੇ ਚਾਹੀਦੇ ਨੇ। ਅੱਜ ਦੇ ਲੋਕ ਰਾਜ ਤੋਂ ਮੈਨੂੰ ਇਜਾਜ਼ਤ ਦਿਓ। ਅੱਲਾ ਹਾਫਿਜ਼।